दास गुर हीरदय त्यामो, हीरदय त्यामो। श्री गुरु रामदास गुण गावो, श्री गुरु रामदास गुण गावो। गुरु अर्जन बिघनन के शुभ मत प्रकाशक। गुरु हर राय नमो कार जोरी, नमो कार जोरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विसाला, गुरु गोबिंद सिंह विसाला। तरों तरापुर पुन पुन सीसा जी, पुन पुन सीसा। बंदों बार बार जगदीशा, बंदों बार बार जगदीशा। साहिब श्री गुरु ग्रंथ साहिब महाराज जी की पावन मुकद्दस हजूरी के अंदर शाम ਨੂੰ इतिहास की कथा श्रवण करने के लिए, गुरु साहिब जी के इतिहास के नाल जुड़न के लिए गुरुद्वारा शीशगंज साहिब विखे बड़े अदब सत्कार के नाल जुड़ बैठी साध संगत जी। आप जी ने कल ये श्रवण किया सी, श्री करतारपुर साहिब बड़ा भारी मीह पै रहा है। 2 दिन हो गए ने मीह पैंदे नूं। उस दे कारण ना तो कोई आहार बन पा रहा है, संगतां बहुत व्याकुल ने भुख के कारण। सो इस करके साहिब श्री गुरु नानक साहिब जी महाराज जी ने संगतां दे दिल की जान लई है। साहिब श्री गुरु नानक पातशाह महाराज जी ने बाबा श्री चंद जी नूं कहा है, बेटा जो घर के बाहर किकर खड़ी है, इस रुख के उत्ते चढ़ो ते इस नूं हिलाओ। इस तो 36 प्रकार के भोजन डिगणगे। पर बाबा श्री चंद जी कहते हैं, पिता जी पहला भी दुनिया के अवतार आए ने, किसी भी अवतार ने इस प्रकार का दृश्य दुनिया के सामने नहीं रखा। और इस करके मैं दरख्त उत्ते नहीं चढ़ना, क्योंकि जे उतों कुछ ना डिग्या मैनू शर्म आएगी, लज्जा आएगी। पर हुण गुरु साहिब महाराज अगे दूजे पुत्र नूं कहन लगे ने, आओ जिवें हुण अगे कथा चलेगी। बड़े अदब सत्कार के नाल गुरु साहिब जी के गुरमंत्र जी का जाप करके कथा नूं अगे प्रारंभ करिए जी। सतनाम श्री वाहेगुरु साहिब जी। लक्ष्मी दास सुनो सुत आयस, करवो कीरत बिलम गवायस। महाराज जी कहते बेटा लक्ष्मी दास
ਹੁਣ ਤੁਸੀਂ ਖੜੇ ਹੋ ਤੇ ਆਹ ਵਾਲੀ ਕਿਰਤ ਕਰੋ। ਕਿਹੜੀ ਕਿਰਤ? ਵੀ ਜਾ ਕੇ ਦਰਖਤ ਨੂੰ ਲਾਓ, ਦੇਰ ਨਾ ਲਾਓ। ਸੰਗਤ ਬਹੁਤ ਵਿਆਕੁਲ ਹੈ ਭੁੱਖ ਦੇ ਕਾਰਨ, ਸੋ ਆਪ ਕਿਰਪਾ ਕਰਕੇ ਇਸ ਨੂੰ ਹਿਲਾਉਣਾ ਕਰੋ। ਬਾਹਿਰ ਮਹੀਰੋ ਚੂਨੋ ਜਾਈ, ਸੰਗਤ ਸਗਰੀ ਲੇਹੋ ਬੁਲਾਈ। ਬਾਹਰ ਜਾ ਕੇ ਝੂਣੋ, ਉਹਨੂੰ ਦਰਖਤ ਨੂੰ ਜਾ ਕੇ ਹਿਲਾਓ ਤੇ ਜਿੰਨੀ ਵੀ ਸੰਗਤ ਹੈ ਸੰਗਤ ਨੂੰ ਬੁਲਾ ਲਓ, ਸੰਗਤ ਨੂੰ ਕੋਲ ਆਪਣੇ ਇਕੱਠਾ ਕਰ ਲਵੋ। ਬਹੁ ਭੁਖੇ ਤ੍ਰਿਪਤਾ ਹੋ ਆਛੇ, ਕਰਹਿ ਨਹੀਂ ਤਬ ਆਓ ਪਾਛੇ। ਕਹਿੰਦੇ ਜਿਹੜੇ ਮਨੁੱਖ ਬਹੁਤ ਭੁੱਖੇ ਨੇ ਤੇ ਉਹ ਭੁੱਖ ਖਾ ਕੇ, ਉਹ ਭੋਜਨ ਖਾ ਕੇ ਤ੍ਰਿਪਤ ਹੋ ਜਾਣਗੇ, ਤੇ ਜਿਹੜੇ ਜਿਨ੍ਹਾਂ ਨੂੰ ਭੁੱਖ ਨਹੀਂ ਹੈ ਉਹ ਭੋਜਨ ਨਹੀਂ ਕਰਨਗੇ, ਉਹ ਆਪਣੇ ਆਪ ਹੀ ਪਿੱਛੇ ਹਟ ਜਾਣਗੇ। ਇਸ ਵੇਲੇ ਉੱਤਰ ਦੀਨੋ ਤਾਹੀ, ਪੇਤਰ ਜਾਏ ਜਿਤ ਮਾਨਤ ਨਾਹੀ। ਮਹਾਰਾਜ ਕਹਿੰਦੇ ਉਦੋਂ ਤੋਂ ਹੀ ਹਿਲਾਉਂਦੇ ਰਹੋ ਜਦੋਂ ਤੋਂ ਹੀ ਥੱਲੇ ਖਲੋਤੀ ਸੰਗਤ ਰੱਜ ਨਾ ਜਾਏ। ਜਦੋਂ ਰੱਜ ਜਾਏਗੀ ਸੰਗਤ, ਰੱਜ ਕੇ ਪਿੱਛੇ ਹਟ ਜਾਏਗੀ, ਉਦੋਂ ਹਿਲਾਉਣਾ ਛੱਡ ਦਿਓ। ਬਾਬਾ ਲਖਮੀ ਚੰਦ ਜੀ ਕਹਿੰਦੇ ਨੇ, ਪਿਤਾ ਜੀ ਮੇਰਾ ਮਨ ਇਸ ਗੱਲ ਨੂੰ ਮੰਨਦਾ ਨਹੀਂ, ਭਾਵ ਮੇਰੇ ਮਨ ਦੇ ਅੰਦਰ ਤੁਹਾਡੀ ਇਸ ਗੱਲ ਤੇ ਸ਼ਰਧਾ ਨਹੀਂ ਵੱਜ ਰਹੀ ਵੀ ਰੁੱਖ ਲਾਇਆ ਉਤੋਂ ਆਹਾਰ ਡਿੱਗਦੇ। ਇਸ ਕਰਕੇ ਮਹਾਰਾਜ ਜੀ ਮੈਂ ਬਾਹਰ ਜਾ ਕੇ ਦਰਖਤ ਨਹੀਂ ਹਿਲਾਵਾਂਗਾ। ਦੁਐ ਸਤ ਲਖੇ ਪ੍ਰਤੀਤ ਨ ਆਈ, ਉਚਿਤ ਨ ਇਹੋ ਵਿਸ਼ਾਲ ਵਡਿਆਈ। ਮਹਾਰਾਜ ਜੀ ਨੇ ਦੇਖਿਆ, ਇਹ ਸਮਝਿਆ ਵੀ ਦੋਵੇਂ ਪੁੱਤਰ ਨੇ ਜਿਹੜੇ, ਇਹਨਾਂ ਵਿੱਚ ਵਿਸ਼ਵਾਸ ਨਹੀਂ ਹੈ ਮੇਰੇ ਪ੍ਰਤੀ, ਇਹਨਾਂ ਦੇ ਅੰਦਰ ਪ੍ਰੀਤੀ ਨਹੀਂ ਹੈ ਗੁਰੂ ਦੇ ਪ੍ਰਤੀ। ਇਸ ਕਰਕੇ ਮਹਾਰਾਜ ਜੀ ਸੋਚਦੇ ਨੇ ਕਿ ਇਹ ਇਹਨਾਂ ਦੇ ਲਈ ਚੰਗੀ ਗੱਲ ਨਹੀਂ ਹੈ। ਇਹਨਾਂ ਦੇ ਅੰਦਰ ਪ੍ਰੀਤੀ ਹੋਣੀ ਚਾਹੀਦੀ ਸੀ, ਇਹਨਾਂ ਨੂੰ ਤੇ ਵਿਸ਼ਵਾਸ ਹੋਣਾ ਚਾਹੀਦਾ ਸੀ, ਪਰ ਇਹਨਾਂ ਵਿੱਚ ਪ੍ਰੀਤੀ ਨਹੀਂ ਹੈ। ਉੱਤਮ ਹੁਤਾ ਜੋ ਦਾਸਨ ਮਾਹੀ, ਲੈਣੇ ਸੰਗ ਗਿਰਾ ਪੁਨ ਕਾਹੀ। ਹੁਣ ਦਾਸਾਂ ਦੇ ਵਿੱਚ ਜਿਹੜੇ ਉੱਤਮ ਸੀ ਭਾਈ ਲਹਿਣਾ ਜੀ, ਸੱਚੇ ਪਾਤਸ਼ਾਹ ਜੀ ਹੁਣ ਸੋਚਦੇ ਨੇ ਇਹ ਸੇਵਕਾਂ ਦੇ ਵਿੱਚ ਤੇ ਭਾਈ ਲਹਿਣਾ ਜੀ ਵੱਡੇ ਨੇ, ਵੀ ਕਿਉਂ ਨਾ ਮੈਂ ਹੁਣ ਇਹਨਾਂ ਨੂੰ ਆਵਾਜ਼ ਮਾਰ ਲਵਾਂ। ਲੈਣੇ ਉਕੋ ਸੋ ਲੈਣਾ ਤੋਹੀ, ਤੋਰਨ ਕਰੋ ਜਵਾਇ ਸਿ ਮੋਹੀ। ਮਹਾਰਾਜ ਜੀ ਕਹਿੰਦੇ ਪੁੱਤਰ ਲੈਣਿਆ ਤੂੰ ਖੜਾ ਹੋ, ਕਿਉਂਕਿ ਦੋ ਪੁੱਤਰ ਆਪਣੇ ਨੇ, ਤੀਜਾ ਪੁੱਤਰ ਭਾਈ ਲੈਣਾ। ਕਹਿੰਦੇ ਬੇਟਾ ਲੈਣਾ ਤੂੰ ਹੀ ਲੈਣਾ ਹੈ ਸਾਡੇ ਕੋਲ। ਜਿਹੜਾ ਆਗਿਆ ਮੰਨਦਾ ਪੁੱਤਰ ਤੇ ਉਹੀ ਹੁੰਦਾ, ਭਾਵੇਂ ਸੱਕੇ ਜਿੰਨੇ ਮਰਜ਼ੀ ਹੋਣ, ਜੋ ਆਗਿਆ ਨਹੀਂ ਮੰਨਦਾ ਮਾਂ ਬਾਪ ਨੂੰ ਚੰਗਾ ਨਹੀਂ ਲੱਗਦਾ। ਜਿਹੜਾ ਪੁੱਤਰ ਮਾਂ ਬਾਪ ਤੋਂ ਬਾਹਰ ਹੋ ਜਾਏ। ਗੁਰਦੇਵ ਪਿਤਾ ਜੀ ਕਹਿੰਦੇ ਨੇ ਪੁੱਤਰ ਲੈਣਿਆ ਤੂੰ ਸਾਡੇ ਕੋਲ ਲੈਣਾ ਹੈ, ਇਸ ਕਰਕੇ ਤੂੰ ਖੜਾ ਹੋ ਬੇਟਾ, ਜਾ ਕੇ ਮੇਰੀ ਗੱਲ ਮੰਨ ਤੇ ਦਰਖਤ ਨੂੰ ਲਾਉਣਾ ਕਰ। ਸੰਗਤ ਸਗਰੀ ਦੇਹੋ ਪਿਛਾਰੀ, ਵੈ ਤੁਮ ਜਾਵੋ ਸਭਨੇ ਅਗਾਰੀ। ਤੇ ਐਸੇ ਕਰੋ ਬੇਟਾ, ਸਾਰੀ ਸੰਗਤ ਨੂੰ ਪਿੱਛੇ ਲੈ ਲਓ ਤੇ ਤੁਸੀਂ ਸਾਰੀ ਸੰਗਤ ਦੇ ਅੱਗੇ ਅੱਗੇ ਚੱਲੋ, ਤੇ ਸਾਰੀ ਸੰਗਤ ਨੂੰ ਨਾਲ ਲੈ ਕੇ ਉਹ ਦਰਖਤ ਦੇ ਕੋਲ ਪਹੁੰਚ ਜਾਵੋ। ਵਾਹਿਰ ਜੇ ਸਾਖੀ ਚੂਨਾਉਨੀ ਕੇ, ਦੇਹੋ ਹਾਰ ਭਾਵਤੇ ਜੀ ਕੇ। ਬਾਹਰ ਜਿਹੜਾ ਦਰਖਤ ਖਲੋਤਾ ਹੈ ਨਾ, ਕੀ ਕਰਦਾ, ਜਾ ਕੇ ਉਹਨੂੰ ਹਿਲਾ ਚੰਗੀ ਤਰ੍ਹਾਂ, ਮਨ ਭਾਵਦੇ ਪਦਾਰਥ ਸੰਗਤ ਨੂੰ ਛਕਾ ਦੇ। ਹੁਣ ਸ਼ੰਕਾਵਾਦੀ ਇਹ ਸ਼ੱਕ ਕਰਦੇ ਨੇ, ਦਰਖਤਾਂ ਦੇ ਉੱਤੋਂ ਦੇ ਫਲ ਦੱਸਦੇ ਨੇ, ਪਦਾਰਥ ਵੀ ਕੱਢ ਲੱਥੇ। ਜਿਹੜਾ ਪਰਮਾਤਮਾ ਆਪਾਂ ਸਾਹਾਂ ਤੋਂ ਬਿਨਾਂ ਕਦੇ ਕਿਸੇ ਮਨੁੱਖ ਨੂੰ ਨਹੀਂ ਵੇਖਿਆ, ਅਤੇ ਵੇਖਿਆ ਕਿਸੇ ਨੇ ਸਾਹ ਤੋਂ ਬਿਨਾਂ ਕੋਈ ਜਿਉਂਦਾ ਰਿਹਾ ਨਹੀਂ ਰਹੀ। ਸਾਹ ਸਰੀਰ 'ਚ ਹੋਏਗਾ ਤੇ ਮਨੁੱਖ ਜਿਉਂਦਾ
ਹੁੰਦਾ ਰਹਿੰਦਾ। ਮਹਾਰਾਜ ਦੀ ਪਾਵਨ ਬਾਣੀ ਕਹਿੰਦੀ ਹੈ, ਐਸਾ ਵੀ ਹੋ ਸਕਦਾ ਹੈ ਜੇ ਪ੍ਰਮਾਤਮਾ ਚਾਹੇ, ਜੇ ਪ੍ਰਮਾਤਮਾ ਚਾਹੇ ਮਨੁੱਖ ਨੂੰ ਬਿਨਾਂ ਸਾਹਾਂ ਤੋਂ ਵੀ ਰੱਖ ਦੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਜੇ ਪ੍ਰਭੂ ਨੂੰ ਚੰਗਾ ਲੱਗੇ, ਗੁਰੂ ਨੂੰ ਚੰਗਾ ਲੱਗੇ, ਗੁਰੂ ਜੋ ਕੁਝ ਮਰਜ਼ੀ ਕਰ ਸਕਦਾ ਹੈ। ਗੁਰੂ ਤੇ ਪ੍ਰਕਿਰਤੀ ਦੇ ਨਿਯਮ ਨਹੀਂ ਲਾਗੂ। ਇਹ ਜਿਹੜੀ ਗੁਰੂ ਤੇ ਪਰਮੇਸ਼ਰ ਇੱਕੋ ਹੀ ਹੁੰਦੇ ਨੇ। ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਹੁੰਦਾ। ਗੁਰ ਪਰਮੇਸ਼ਰ ਇੱਕ ਹੋ ਜਾ। ਬਾਣੀ ਕਹਿੰਦੀ ਗੁਰੂ ਤੇ ਪਰਮੇਸ਼ਰ ਇੱਕ ਨੇ। ਜੇ ਪਰਮੇਸ਼ਰ ਜਿਹੜਾ ਹੈ, ਇਹ ਸਵਾਲ ਆ ਕੇ ਕਈ ਸਿੱਖਾਂ ਨੇ ਬਾਬਾ ਬੁੱਢਾ ਜੀ ਨੂੰ ਵੀ ਕੀਤਾ ਕਿ ਬਾਬਾ ਬੁੱਢਾ ਜੀ ਜਿਹੜੇ ਕਰਮਾਂ ਦੇ ਦੋਸ਼ ਨੇ, ਜੇ ਸਭ ਕੁਝ ਪਰਮਾਤਮਾ ਹੀ ਕਰਦਾ, ਫਿਰ ਮਾੜੇ ਕਰਮ ਉਹ ਵੀ ਸਾਡੇ ਕੋਲੋਂ ਹੀ ਕਰਾ ਰਿਹਾ। ਬਾਬਾ ਬੁੱਢਾ ਜੀ ਕਹਿੰਦੇ ਹੋ ਤੇ ਪਰਮੇਸ਼ਰ ਦੀ ਰਜ਼ਾ ਵਿੱਚ ਰਹੇ, ਪਰ ਆਪਣਾ ਦੋਸ਼ ਪਰਮੇਸ਼ਰ ਤੇ ਨਾ ਸੁੱਟੋ। ਜਿਹੜਾ ਪਰਮੇਸ਼ਰ ਹੈ ਉਹ ਕਿਸੇ ਦਾ ਬੱਝਾ ਹੋਇਆ ਨਹੀਂ। ਮਹਾਰਾਜ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ। ਕੋਈ ਪਰਮੇਸ਼ਰ ਬੱਝਾ ਥੋੜੀ ਨਾ ਕਿਸੇ ਦਾ, ਉਹਦੀ ਮਰਜ਼ੀ ਹੈ। ਜੇ ਉਹ ਚਾਹੇ ਦੁਨੀਆ ਨੂੰ ਬੰਦ ਕਰ ਦੇਵੇ, ਚਾਹੇ ਤਾਂ ਖੋਲ੍ਹ ਦੇਵੇ। ਦਰਖਤ ਬਾਹਰ ਖੜੇ ਨੇ, ਭਾਵੇਂ ਚਾਹੇ ਨਿੰਮ ਦੇ ਰੁੱਖਾਂ ਤੇ ਅੰਬ ਲਗਾ ਦੇ, ਉਹਦੀ ਮਰਜ਼ੀ ਹੈ। ਉਹਤੇ ਇਹ ਦੁਨੀਆ ਦੀ ਪੁੱਛ ਕੇ ਥੋੜੇ, ਸਾਡੀ ਥੋੜੇ ਨਾ ਸਲਾਹ ਲਏਗਾ ਰੱਬ। ਕਈ ਹੁਣ ਸ਼ੱਕ ਇਹ ਕਰਦੇ ਨੇ ਵੀ ਦਰਖਤਾਂ ਤੇ ਕਦੀ ਫਲ ਲੱਗੇ ਨੇ। ਉਹ ਐਸੇ ਹੀ ਨੇ ਜਿਹੜੇ ਬਾਬੇ ਸ਼੍ਰੀ ਚੰਦ ਜੀ ਦੇ ਨਾਲ ਦੇ ਨੇ, ਜਿਹੜੇ ਜਿਹਨਾਂ ਗੱਲ ਨਹੀਂ ਮੰਨੀ। ਉਹਨਾਂ ਦੇ ਅੰਦਰ ਇਹੀ ਸ਼ੰਕਾ ਹੈ ਵੀ ਗੁਰੂ ਇਹ ਕਦੀ ਹੋਇਆ। ਜਿਹੜੇ ਪ੍ਰਾਕ੍ਰਿਤਿਕਵਾਦ ਨੂੰ ਮੰਨਦੇ ਨੇ, ਸਮਾਜਵਾਦ ਨੂੰ ਮੰਨਦੇ ਨੇ ਵੀ ਐਵੇਂ ਕਿਵੇਂ ਹੋਏਗਾ। ਪਰ ਇੱਕ ਭਾਈ ਲਹਿਣਾ ਹੈ ਜਿਹਦੇ ਅੰਦਰ ਸ਼ਰਧਾ ਹੀ ਵਿਸ਼ਵਾਸ ਅਥਾਹ ਹੈ। ਭਾਈ ਲੈਣੇ ਦਾ ਮਤਲਬ ਇਹ ਨਹੀਂ ਦਰਖਤ ਉੱਤੋਂ ਕੁਝ ਡਿੱਗੇ ਨਾ ਡਿੱਗੇ, ਉਹ ਉਹਨਾਂ ਨਹੀਂ ਲੈਣਾ ਕੁਛ। ਉਹਦਾ ਇੱਕੋ ਹੀ ਗੱਲ ਹੈ, ਮੈਂ ਗੁਰੂ ਦੀ ਗੱਲ ਮੰਨਣੀ ਬਸ। ਡਿੱਗਣਾ ਨਾ ਡਿੱਗਣਾ ਗੁਰੂ ਜਾਣੇ। ਭਾਈ ਲੈਣਾ ਤੇ ਇੱਕੋ ਗੱਲ ਜਾਣਦਾ, ਗੁਰੂ ਨੇ ਕਿਹਾ ਮੈਂ ਮੰਨਣਾ ਬਸ, ਇੰਨੀ ਗੱਲ ਜਾਣਦਾ। ਤੇ ਭਾਈ ਲੈਣਾ ਜੀ ਨੂੰ ਜਦੋਂ ਮਹਾਰਾਜ ਨੇ ਕਿਹਾ, ਭਾਈ ਲੈਣਾ ਜੀ ਨੇ ਮਿੰਟ ਨਹੀਂ ਲਾਇਆ, 1 ਮਿੰਟ ਤੋਂ ਪਹਿਲਾਂ ਭਾਈ ਲੈਣਾ ਜੀ ਖੜੇ ਹੋ ਗਏ ਹਨ। ਸੁਨ ਕਰ ਤਨ ਪਰ ਪਟ ਨ ਸੰਭਾਰਾ, ਉੱਠ ਕੇ ਦੂਰਨ ਨਿਕਸਿਓ ਦਵਾਰਾ। ਕਹਿੰਦੇ ਇੰਨੀ ਛੇਤੀ ਉੱਠੇ, ਆਪਣੇ ਕੱਪੜੇ ਵੀ ਨਹੀਂ ਸੰਭਾਲੇ। ਗੁਰੂ ਦੇ ਹੁਕਮ 'ਚ ਨਾ ਕਿਤੇ, ਗੁਰੂ ਨੇ ਜੋ ਕਿਹਾ ਕਿਤੇ ਮੂੰਹ 'ਚੋਂ ਸ਼ਬਦ ਨਿਕਲਣ ਦੀ ਦੇਰ ਹੈ। ਪਿੱਛੇ ਆਇਆ ਸੀ ਭਾਈ ਲਹਿਣਾ ਜੀ ਤੇ ਗੁਰੂ ਨਾਨਕ ਸਾਹਿਬ ਦੇ ਮੂੰਹ ਵੱਲ ਵੇਖਦੇ ਹੀ ਰਹਿੰਦੇ ਸੀ, ਮੁੱਖ ਵੱਲ। ਉਹਨਾਂ ਦੇ ਮੁੱਖ ਵੱਲ ਤੱਕਦੇ ਹੀ ਰਹਿੰਦੇ ਸੀ, ਗੁਰੂ ਕਦੋਂ ਸ਼ਬਦ ਕਹੇ, ਕਦੋਂ ਮੈਂ ਮੰਨਾਂ। ਇੰਨੀ ਸ਼ਰਤ। ਇੱਕਦਮ ਖੜੇ ਹੋ ਗਏ ਭਾਈ ਲਹਿਣਾ ਜੀ ਤੇ ਫਟਾਫਟ ਦਰਵਾਜ਼ੇ ਤੇ ਚਲੇ ਗਏ ਹਨ। ਸਗਰੀ ਸੰਗਤ ਸੰਗ ਬੁਲਾਈ, ਏਟਕ ਬਿਲੋਕ ਚੜਿਓ ਤਬ ਤਾਈ। ਸਾਰੀ ਸੰਗਤ ਨੂੰ ਨਾਲ ਬੁਲਾ ਲਿਆ, ਬਸ ਇੱਕਦਮ ਭੱਜ ਕੇ ਦਰਖਤ ਦੇ ਉੱਤੇ ਚੜ ਗਏ ਹਨ। ਗਏ ਪ੍ਰਕਾਂਡ ਸਜੋਰ ਹਿਲਾਏ, ਕਿਰਤ ਪਿਕੇ ਭੋਜਨ ਬਹੁ ਪਾਏ। ਭਾਈ ਲਹਿਣਾ ਦੇ ਅੰਦਰ ਅੱਗੇ ਵਿਸ਼ਵਾਸ ਸੀ, ਡਾਹਣੀਆਂ ਫੜ ਕੇ ਕਹਿੰਦੇ ਬੜੇ ਜ਼ੋਰ ਨਾਲ ਲਾਈਆਂ ਬਾਬਾ ਲਹਿਣਾ, ਭਾਈ ਲਹਿਣਾ ਜੀ ਜਿਵੇਂ ਲਾਈਆਂ ਨੇ। ਹੁਣ ਟਾਹਣੀਆਂ ਦੇ ਉੱਤੋਂ ਜਿਹੜੇ ਪਦਾਰਥ ਡਿੱਗਣੇ ਸ਼ੁਰੂ ਹੋ ਗਏ ਹਨ। ਮੋਦਕ ਸਸਕੁਲ ਪਰਪਾ ਪੂਰੀ, ਬਿਗਤ ਸਰਬ ਭਾਚ ਰਜ ਪੂਰੀ। ਇਤਿਹਾਸ ਦੱਸਦਾ ਹੈ, ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਲੱਡੂ ਜਲੇਬੀਆਂ ਇਹ ਸਾਰਾ ਕੁਝ ਦਰਖਤ ਤੋਂ ਡਿੱਗ ਰਿਹਾ ਹੈ। ਐਸੀ ਭਾਵਨਾ ਹੈ, ਐਸੀ ਮਹਿਮਾ ਹੈ ਗੁਰੂ ਨਾਨਕ ਸਾਹਿਬ ਦੀ। ਜੇ ਗੁਰੂ ਚਾਹੇ ਕੁਝ ਵੀ ਕਰ ਸਕਦਾ, ਗੁਰੂ ਦੀ ਮਰਜ਼ੀ ਹੈ। ਹੁਣ ਕਈ ਕਹਿੰਦੇ ਨੇ ਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਪ੍ਰਕਿਰਤੀ ਦੇ ਨਿਯਮ ਤੋਂ ਬਾਹਰ ਥੋੜੀ ਨਾ ਜਾਏਗਾ। ਗੁਰੂ ਨੇ ਸਾਨੂੰ ਪੁੱਛਣਾ ਥੋੜੀ ਨਾ, ਅਸੀਂ ਗੁਰੂ ਨੂੰ ਸਿਖਾਉਣਾ ਪ੍ਰਕਿਰਤੀ ਦਾ ਨਿਯਮ ਕੀ ਹੈ।
ਪ੍ਰਕਿਰਤੀ ਦੇ ਨਿਯਮ ਕਿਹੜਾ ਸਾਰੇ ਦੁਨੀਆ ਨੇ ਲੱਭ ਲਏ ਨੇ। ਤੇ ਰੋਜ਼ ਸਾਇੰਸਦਾਨ ਬੈਠੇ ਨੇ। ਦਾਸ ਖੁਦ ਸਾਇੰਸ ਦਾ ਸਟੂਡੈਂਟ ਰਿਹਾ ਹੈ। ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਰੋਜ਼ ਤੱਕਦੇ ਸੀ, ਨਵੀਂ ਰਿਸਰਚ ਆਉਂਦੀ ਸੀ ਰੋਜ਼। ਜਿੱਦਣ 11ਵੀਂ ਵਿੱਚ ਕੈਮਿਸਟਰੀ ਪੜ੍ਹੀ ਹੋਰ ਸੀ, ਫਿਜ਼ਿਕਸ ਹੋਰ ਸੀ, ਜਿੱਦਣ ਬੀਟੈਕ 'ਚ ਪੜ੍ਹੀ ਉਦਣ ਹੋਰ ਸੀ। ਇਹਦੇ ਇੱਕ ਸਾਇੰਸਦਾਨ ਦੂਜੇ ਸਾਇੰਸਦਾਨ ਨੂੰ ਰੱਦ ਕਰੀ ਜਾਂਦਾ ਹੈ, ਕਹਿੰਦਾ ਇਹ ਠੀਕ ਨਹੀਂ, ਇਹ ਠੀਕ ਹੈ। ਜਿਹੜੀ ਦੁਨੀਆ ਦੀ ਸਾਇੰਸ ਹੈ ਗੁਰੂ ਨੇ ਸਾਡੇ ਤੋਂ ਪੁੱਛ ਕੇ ਥੋੜ੍ਹੀ ਨਾ ਚਲਾਉਣੀ ਹੈ। ਕਿਪਤਾ ਜਿਹੜੇ ਲੱਡੂ ਜਲੇਬੀਆਂ ਡਿੱਗ ਰਹੇ ਨੇ ਇਹ ਵੀ ਪ੍ਰਕਿਰਤੀ ਦਾ ਨਿਯਮ ਹੋਏ। ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ, ਸਾਨੂੰ ਇਹ ਲੱਗ ਰਿਹਾ। ਇਵੇਂ ਸਮਝ ਲਓ ਜਿਸ ਦਿਨ ਰਾਈਟ ਬ੍ਰਦਰਸ ਨੇ, ਜਿਨ੍ਹਾਂ ਨੇ ਜਹਾਜ਼ ਦੀ ਖੋਜ ਕੀਤੀ, ਉਹ ਲੋਕਾਂ ਨੂੰ ਕਹਿਣ ਲੱਗੇ ਵੀ ਆਪਾਂ ਲੋਹਾ ਜਿਹੜਾ ਹਵਾ ਵਿੱਚ ਡਾਵਾਂਗੇ, ਲੋਹਾ ਜਿਹੜਾ ਹਵਾ ਵਿੱਚ ਉੱਡਿਆ ਕਰੇਗਾ। ਲੋਕੀ ਉੱਥੋਂ ਕਹਿਣਗੇ ਪਾਗਲ ਹੋ ਗਏ। ਨਹੀਂ, ਲੋਹਾ ਵੀ ਹਵਾ ਵਿੱਚ ਉੱਡ ਸਕਦਾ ਕਦੇ? ਤੇ ਲੋਹਾ ਵੀ ਉੱਡਿਆ ਹਵਾ ਵਿੱਚ। ਉਹ ਰਾਈਟ ਬ੍ਰਦਰਸ ਆਪਣੀ ਮਿਹਨਤ ਕਰਦੇ ਰਹੇ। ਇੱਕ ਦਿਨ ਐਸਾ ਹੋਇਆ ਲੋਕਾਂ ਨਹੀਂ ਮੰਨਿਆ। ਕੌਣ ਮੰਨੇ? ਅੱਜ ਲੋਹਾ ਵੇਖ ਲਓ ਅਸਮਾਨ ਤੇ ਤੁਰਿਆ ਫਿਰਦਾ, 400 ਬੰਦੇ ਵਿੱਚ ਬੈਠੇ ਨੇ, ਉੱਡਿਆ ਫਿਰਦਾ ਲੋਹਾ, ਹਵਾ 'ਚ ਹੀ ਉੱਡਿਆ ਫਿਰ। ਅੱਜ ਵੀ ਵਿਸ਼ਵਾਸ ਕਰਦੇ ਨੇ, ਅੱਜ ਵੇਖ ਲਿਆ। ਇਸ ਕਰਕੇ ਇਹਨਾਂ ਗੱਲਾਂ 'ਤੇ ਵਿਸ਼ਵਾਸ ਉਹ ਕਰਦਾ ਜਿਹੜਾ ਇੰਨੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਹੈ। ਜਿਹਨੂੰ ਬ੍ਰਹਮ ਗਿਆਨ ਹੋ ਗਿਆ ਉਹ ਇੰਨੀ ਗੱਲ ਜਾਣਦਾ ਹੈ। ਹਰੇਕ ਮਨੁੱਖ ਦੇ ਵਾਸਤੇ ਦੀ ਗੱਲ ਨਹੀਂ ਹੈ। ਹਰੇਕ ਮਨੁੱਖ ਦਾ ਹਾਜ਼ਮਾ ਇੰਨਾ ਨਹੀਂ ਹੁੰਦਾ ਏਡੀਆਂ ਵੱਡੀਆਂ ਗੱਲਾਂ ਨੂੰ ਅੰਦਰ ਲੈ ਜਾ। ਜੇ ਕੋ ਖਾਵੇ ਜੇ ਕੋ ਪੁੰਚੈ। ਗੁਰੂ ਦੀ ਗੱਲ ਖਾ ਲੈਣੀ ਤੇ ਠੀਕ ਹੈ, ਸੁਣ ਲੈਣੀ ਠੀਕ ਹੈ, ਪਹੁੰਚਾਉਣੀ ਬੜੀ ਔਖੀ ਹੈ। ਜੇ ਕੋ ਖਾਵੇ ਜੇ ਕੋ ਪੁੰਚੈ। ਰੋਟੀ ਖਾ ਤੇ ਲਈਏ ਪਚੇ ਨਾ, ਸਰੀਰ ਤਕੜਾ ਹੀ ਨਹੀਂ ਹੋਣਾ। ਗੁਰੂ ਦੀ ਗੱਲ ਸੁਣ ਕੇ ਜਦੋਂ ਤੇ ਅੰਦਰ ਪਚਦੀ ਨਹੀਂ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਹਦਾ। ਏਡੀ ਵੱਡੀ ਗੱਲ ਮਹਾਰਾਜ ਕਹਿੰਦੇ ਨੇ ਭਾਈ ਲਹਿਣਾ ਜੀ ਨੇ ਦਰਖਤ ਲਾਇਆ, ਦਰਖਤ ਦੇ ਉੱਤੋਂ ਕਈ ਪ੍ਰਕਾਰ ਦੇ ਭੋਜਨ ਡਿੱਗ ਪਏ ਹਨ। ਅਜਿਕ ਸੁਦਾਮ ਹੈ ਉਤੇ ਬਿਹਾਲਾ, ਅਚਵਨ ਲਾਗੇ ਸਵਾਦ ਵਿਸ਼ਾਲਾ। ਜਿੰਨੇ ਵੀ ਉੱਥੇ ਨਰ ਨਾਰੀਆਂ ਸਨ, ਭੁੱਖ ਬੜੀ ਲੱਗੀ ਸੀ। ਸਾਰੇ ਦੇ ਸਾਰੇ ਜਿੰਨੇ ਨਰ ਨਾਰੀਆਂ ਨੇ ਬੜੇ ਸਵਾਦਿਸ਼ਟ ਭੋਜਨ ਜਿਹੜੇ ਡਿੱਗ ਰਹੇ ਉਹ ਛਕ ਰਹੇ ਹਨ। ਜਿਉਂ ਜਿਉਂ ਝੂਣ ਹੈ ਬਿਟਪਨ ਸੋ, ਤਿਉਂ ਤਿਉਂ ਗਿਰ ਹੈ ਖਾਏ ਸਭ ਕੋ। ਜਿਵੇਂ ਜਿਵੇਂ ਭਾਈ ਲਹਿਣਾ ਜੀ ਲਾਈ ਜਾਂਦੇ ਨੇ ਦਰਖਤ ਤੋਂ ਪਦਾਰਥ ਡਿੱਗੀ ਹੀ ਜਾ ਰਹੇ ਹਨ। ਨਾਨਾ ਭਾਂਤ ਪਰੇ ਧਰ ਆਈ, ਲਗੇ ਨਾ ਦੀਸੈ ਪਰਤ ਦਿਸਾਈ। ਕਹਿੰਦੇ ਬਹੁਤ ਪ੍ਰਕਾਰ ਦੇ ਜਿਹੜੇ ਭੋਜਨ ਨੇ ਧਰਤੀ ਤੇ ਡਿੱਗੇ ਨੇ, ਰੁੱਖ ਨੂੰ ਲੱਗੇ ਵੀ ਨਹੀਂ, ਦਿਸ ਵੀ ਨਹੀਂ ਰਹੇ ਕਿਸੇ ਨੂੰ, ਪਰ ਡਿੱਗ ਰਹੇ ਨੇ। ਐਵੇਂ ਸਮਝ ਲੈ ਇਹ ਤੇ ਗੁਰੂ ਦੀ ਕਿਰਪਾ। ਜਿਵੇਂ ਪ੍ਰਕਾਸ਼ ਵਿਖਦਾ ਨਹੀਂ ਪਰ ਚਾਨਣ ਹੋ ਰਿਹਾ, ਇਹ ਗੁਰੂ ਦੀ ਮਹਿਮਾ ਹੈ। ਗੁਰੂ ਚਾਹੇ ਦੁਨੀਆ ਤੇ ਕੁਝ ਵੀ ਕਰ ਸਕਦਾ ਹੈ। ਅਚਰਜ ਭੇਗਤ ਜਾਏ ਨ ਜਾਣੀ, ਧਨ ਧਨ ਕੈ ਗੁਰ ਗੁਣ ਖਾਨੀ। ਕਿਸੇ ਤੋਂ ਅਚਰਜ ਲਖਿਆ ਨਹੀਂ ਜਾ ਰਿਹਾ ਵੀ ਇਹ ਬਣ ਕੀ ਰਿਹਾ। ਸਾਰੇ ਧੰਨ 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 ਗੁਰੂ ਨਾਨਕ, ਧੰਨ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਐਵੇਂ ਹੀ ਕਰੀ ਜਾ ਰਹੇ ਨੇ ਸਾਰੇ। ਮਹਾਰਾਜ ਤੇ ਕਹਿੰਦੇ ਨੇ ਜੇ ਪ੍ਰਮਾਤਮਾ ਆਪਣੀ ਗੁਰੂ ਆਪਣੀ ਦ੍ਰਿਸ਼ਟੀ ਤੇ ਆਏ, ਕਰਨ ਤੇ ਆਏ, ਕਹਿੰਦੇ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ। ਆਪਣੀ ਮਰਜ਼ੀ ਹੈ ਉਹਦੀ। ਜਿੱਦਣ ਆਪਣੀ ਮਰਜ਼ੀ ਤੇ ਹੁੰਦਾ ਨਾ ਪ੍ਰਮਾਤਮਾ, ਰਾਜਸਥਾਨ 'ਚ ਬਾੜਾਂ ਹੁੰਦੀਆਂ ਨੇ ਉਦਣ ਆਉਂਦੀਆਂ ਨੇ, ਫਲੱਡ ਆਉਂਦੇ ਨੇ ਰਾਜਸਥਾਨ 'ਚ ਜਿੱਦਣ ਰੱਬ ਆਪਣੀ ਮਿਹਰ ਤੇ ਆਇਆ ਹੁੰਦਾ। ਤੇ ਯਾਦ ਰੱਖਣਾ ਜਿੱਥੇ ਪਾਣੀ ਬੜਿਆ ਉੱਥੇ ਸੋਕੇ ਲੱਗ ਜਾਂਦੇ ਨੇ ਕਈ ਵਾਰੀ। ਇਹ ਰੱਬ ਦੀ ਕਿਰਪਾ ਹੈ, ਉਹਦੀ ਮਰਜ਼ੀ ਹੈ, ਕੁਛ ਵੀ ਕਰੇ। ਇਸ ਕਰਕੇ ਜੇ ਗੁਰੂ ਇੱਕ ਬੋਲੇ ਨੂੰ, ਜਿਹਦੇ ਰਸਨਾ ਨਹੀਂ ਹੈ, ਮੂੰਹ ਤੋਂ ਗੂੰਗਾ ਹੈ, ਜਿਹੜਾ ਬੋਲਾ ਹੈ, ਬੋਲ ਨਹੀਂ ਸਕਦਾ, ਕਹਿੰਦੇ ਜੇ ਗੁਰੂ ਉਹ ਤੋਂ ਗੀਤਾ ਦੇ ਅਰਥ ਕਰਾ ਸਕਦਾ ਹੈ, ਜਿਹਦੇ ਕੋਲ ਦਿਮਾਗ ਨਹੀਂ ਹੈ, ਤੇ ਆ ਦਰਖਤਾਂ ਦੇ ਉੱਤੋਂ ਗੁਰੂ ਸਾਹਿਬ ਆਪਣੇ ਮਠਾਈਆਂ ਨਹੀਂ ਡੇਗ ਸਕਦੇ। ਜਿਹੜੇ ਨਹੀਂ ਮੰਨਣ ਵਾਲੇ ਨੇ ਉਹ ਛੱਜੂ ਨੂੰ ਪਤਾ ਵੀ ਕੀ ਕਹਿੰਦੇ ਨੇ,
ਕਹਿੰਦੇ ਗਿਆਨ ਤੇ ਉਹਨੂੰ ਹੈ ਸੀ, ਲੋਕੀ ਵੈਸੇ ਕਮਲਾ ਕਹਿੰਦੇ ਸੀ, ਐਵੇਂ ਕਹਿੰਦੇ ਨੇ ਅਨਮਤੀਏ। ਜਿਹੜੇ ਮਨਮਤੀਏ ਲੋਕ ਨੇ, ਇਤਿਹਾਸ ਐਸਾ ਵੀ ਲਿਖਿਆ ਗਿਆ ਹੈ, ਕਈਆਂ ਨੇ ਐਸਾ ਇਤਿਹਾਸ ਵੀ ਲਿਖਿਆ, ਉਹ ਅਨਮਤੀਏ ਨੇ, ਮਨਮਤੀਏ ਨੇ, ਜਿਨ੍ਹਾਂ ਨੂੰ ਗੁਰੂ ਤੇ ਸ਼ਰਧਾ ਨਹੀਂ, ਨਿਸ਼ਰਧਕ ਨੇ ਜਿਹੜੇ। ਔਰ ਇਸ ਚੀਜ਼ ਨੂੰ ਅੰਧ ਵਿਸ਼ਵਾਸ ਦੱਸਦੇ ਨੇ। ਇਹ ਅੰਧ ਵਿਸ਼ਵਾਸ ਨਹੀਂ, ਇਹ ਵਿਸ਼ਵਾਸ ਦੀ ਹੱਦ ਹੈ। ਇੱਕ ਤੋ ਭੂਖੇ ਬਾਸੁਰ ਦੀਨੰ, ਮਿਲਿਓ ਨ ਅਵਸਰ ਅਸਨ ਨਕੀਨੰ। ਕਹਿੰਦੇ ਇੱਕ ਤੇ 3 ਦਿਨਾਂ ਤੋਂ ਸਿੱਖ ਭੁੱਖੇ ਸੀ, ਸੰਗਤ ਭੁੱਖੀ ਸੀ। 3 ਦਿਨਾਂ ਤੋਂ ਉਹਨਾਂ ਨੂੰ ਕੋਈ ਵੀ ਖਾਣ ਪੀਣ ਨੂੰ ਪਦਾਰਥ ਨਹੀਂ ਮਿਲਿਆ ਸੀ। ਦੁਤੇ ਸਾਧ ਮੈਂ ਮਿਲਿਓ ਬਹਾਰਾ, ਹਾਏ ਅਦਿਕ ਸੁਖ ਹਿਰਦੇ ਉਦਾਰਾ। ਦੂਜੀ ਗੱਲ, ਇੱਕ ਤੇ ਭੁੱਖੇ ਸੀ, ਆ ਜਿਹੜਾ ਭੋਜਨ ਉੱਤੋਂ ਡਿੱਗਿਆ ਸਵਾਦ ਬੜਾ ਸੀ, ਗੁਰੂ ਦੀ ਮਿਹਰ ਹੋਈ। ਕਹਿੰਦੇ ਛਕੀ ਜਾ ਰਹੀ ਹੈ ਸੰਗਤ, ਤੇ ਨਾਲ ਦੀ ਨਾਲ ਉਹਨਾਂ ਦਾ ਮਨ ਤ੍ਰਿਪਤ ਹੋਈ ਜਾ ਰਿਹਾ ਹੈ। ਚਿਰੰਕਾਲ ਲਾਇ ਜਗਾਈ, ਪਰੇ ਤ੍ਰਿਪਤ ਮੁਖੇ ਅਲਾਈ। ਬੜੀ ਦੇਰ ਤਾਈਂ ਸੰਗਤ ਛਕਦੀ ਰਹੀ। ਕਹਿੰਦੇ ਜਦੋਂ ਤ੍ਰਿਪਤ ਹੋ ਗਈ, ਫਿਰ ਸੰਗਤ ਮੁਖ ਤੋਂ ਬਾਣੀ ਕਹਿੰਦੀ ਹੈ, ਹਟ ਜਬ ਰਹੇ ਬਿਲੋਕੇ ਲੈਣੇ, ਉਤਰਿਓ ਤਰੇ ਸ਼ੋਰ ਘਰ ਟਹਿਣੇ। ਜਦੋਂ ਭਾਈ ਲਹਿਣਾ ਜੀ ਨੇ ਵੇਖਿਆ ਵੀ ਸਾਰੇ ਹੁਣ ਰੱਜ ਗਏ ਨੇ, ਪਿੱਛੇ ਹਟ ਗਏ ਨੇ ਸਾਰੇ, ਤੇ ਭਾਈ ਲਹਿਣਾ ਜੀ ਫਿਰ ਦਰਖਤ ਤੋਂ ਥੱਲੇ ਉਤਰ ਗਏ ਹਨ। ਸਤ ਚਤੁਰ ਹਜ਼ਾਰ ਉਤੇ ਨਾਰ, ਸਭ ਤ੍ਰਿਪਤਾਏ ਰਹਿਓ ਅਰਕ ਭਰ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹੈ, ਸਾਰੇ ਦੇ ਸਾਰੇ ਰੱਜ ਗਏ ਨੇ, ਤੇ ਰੱਜ ਕੇ ਧੰਨ ਗੁਰੂ ਨਾਨਕ ਕਹੀ ਜਾਂਦੇ ਹਨ। ਕਹਿ ਕਹਿ ਸੰਗਤ ਕੇਰੇ ਅਗਾਰੀ, ਚਲ ਆਇਓ ਧਰਮਸਾਲ ਮਝਾਰੀ। ਜਦੋਂ ਸਾਰੀ ਦੀ ਸਾਰੀ ਸੰਗਤ ਭੋਜਨ ਖਾ ਕੇ ਰੱਜ ਗਈ, ਭਾਈ ਲਹਿਣਾ ਜੀ ਥੱਲੇ ਉਤਰੇ। ਆਪ ਸਾਰੀ ਸੰਗਤ ਦੇ ਅੱਗੇ ਨੇ, ਤੇ ਸਾਰੀ ਸੰਗਤ ਨੂੰ ਪਿੱਛੇ ਲੈ ਕੇ ਆਪਣੇ ਪਹੁੰਚ ਗਏ ਨੇ ਧਰਮਸ਼ਾਲਾ 'ਚ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠੇ ਹਨ। ਪਾਇਨ ਪਾਸ ਲਕੁਟ ਕੀ ਨਿਆਈ, ਪਰ ਕਿਉ ਦੀਨ ਹੈ ਪ੍ਰੇਮੇ ਛਾਈ। ਜਿਵੇਂ ਲੱਕੜ ਅੱਗੇ ਡਿੱਗ ਜਾਂਦੀ ਹੈ ਸਿੱਧੀ ਦੀ ਸਿੱਧੀ, ਭਾਈ ਲਹਿਣਾ ਜੀ ਐਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਪਏ ਹਨ। ਤੇ ਚਿਨ ਕਸ਼ੁਕ ਸਕਤਵੈ ਆਈ, ਭਾਨ ਉਗਤ ਜੈਸੇ ਅਰੁਨਾਈ। ਕਹਿੰਦੇ ਉਹਨਾਂ ਦਾ ਹਿਰਦਾ ਪ੍ਰੇਮ ਦੇ ਨਾਲ ਭਰ ਗਿਆ। ਜਦੋਂ ਪ੍ਰੇਮ ਦੇ ਨਾਲ ਹਿਰਦਾ ਭਰਿਆ, ਕਹਿੰਦੇ ਉਹਨਾਂ ਦੇ ਵਿੱਚ ਵੀ ਸ਼ਕਤੀ ਆ ਗਈ। ਕਿ ਜਿਉਂ-ਜਿਉਂ ਮਨੁੱਖ ਨਾਮ ਜਪੀ ਜਾਂਦਾ ਹੈ, ਗੁਰਬਾਣੀ ਪੜ੍ਹੀ ਜਾਂਦਾ ਹੈ, ਸੰਗਤ ਰੋਜ਼ ਕਰਦੇ, ਉਹਦੇ ਅੰਦਰ ਸ਼ਕਤੀ ਆਪਣੇ ਆਪ ਹੀ ਆਉਣੀ ਸ਼ੁਰੂ ਹੋ ਜਾਂਦੀ, ਬਲ, ਉਹਦੇ ਬਚਨਾਂ ਦੇ ਵਿੱਚ ਬਲ ਆ ਜਾਂਦਾ। ਉਹ ਫਿਰ ਜਿਹੜਾ ਵੀ ਬਚਨ ਕਰੇਗਾ ਉਹ ਸਾਥੀ ਹੋ ਜਾਣਾ, ਇੰਨਾ ਬਲ ਆ ਜਾਂਦਾ ਉਹਦੇ ਵਿੱਚ। ਇਸ ਕਰਕੇ ਭਾਈ ਲਹਿਣਾ ਜੀ ਕਹਿੰਦੇ ਜਿਵੇਂ ਸੂਰਜ ਦੇ ਅੱਗੇ ਰਹਿ ਕੇ ਲਾਲੀ ਆ ਜਾਂਦੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਰਹਿ ਕੇ ਭਾਈ ਲਹਿਣਾ ਜੀ ਦੇ ਅੰਦਰ ਸ਼ਕਤੀ ਆ ਗਈ ਹੈ। ਸੰਗਤ ਪਾਇਨ ਪਰੀ ਵਿਚਾਰੀ, ਸ਼ਰਧਾ ਜਗੀ ਪਰਮ ਸੁਖਕਾਰੀ। ਪਿੱਛੋਂ ਸੰਗਤ ਆ ਕੇ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਦੀ ਹੈ, ਤੇ ਸੰਗਤ ਧੰਨ ਗੁਰੂ ਨਾਨਕ ਕਹੀ ਜਾ ਰਹੀ ਹੈ। ਕਿਉਂ? ਸੰਗਤ ਨੇ ਬੜਾ ਤਕੜਾ ਅਚਰਜ ਤੱਕ ਲਿਆ ਹੈ। ਬੈਠੈ ਬਿਸਨ ਹੈ ਬਚਨ ਬਖਾਨਹਿ, ਅਤਿਸ਼ੈ ਅਚਰਜ ਕੋ ਨਹਿ ਜਾਣਹਿ। ਸਾਰੇ ਬਹਿ ਕੇ ਵਿਚਾਰ ਕਰ ਰਹੇ ਨੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੇ ਅਚਰਜਾਂ ਨੂੰ ਨਹੀਂ ਤੱਕਿਆ ਜਾ ਸਕਦਾ। ਇਹ ਸੱਚੇ ਪਾਤਸ਼ਾਹ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਕੋਡੇ ਰਾਖਸ਼ ਨੂੰ ਭਾਈ ਕੋਡਾ ਬਣਾ ਸਕਦੇ ਹੋ। ਐਸੀ ਸ਼ਕਤ ਹੈ ਗੁਰੂ ਨਾਨਕ ਸਾਹਿਬ ਦੇ ਵਿੱਚ, ਐਸੀ ਸ਼ਕਤੀ ਹੈ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਦੀ। ਨੂਰ ਜਾਂ ਵੱਡੇ ਵੱਡੇ ਜਾਦੂ ਦੇ ਆਪਣੇ ਟੂਣੇ ਮੰਤਰ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਐਸਾ ਉਹਦੇ ਵੱਲ ਵੇਖਦੇ ਹੀ ਨੇ, ਉਹਦੇ ਸਿਰ ਤੇ ਘੜਾ ਨਹੀਂ ਲੱਥਦਾ। ਉਹਦੀਆਂ ਜਿਹੜੀਆਂ ਅੱਗੇ ਹੋਰ ਬੀਬੀਆਂ ਨੇ ਜਿਹੜੀਆਂ ਉਹਦੇ ਨਾਲ ਟੂਣੇ ਟਾਮਣ ਕਰਦੀਆਂ ਨੇ, ਉਹਨਾਂ ਦੇ ਸਿਰ ਤੋਂ ਘੜਾ ਨਹੀਂ ਲੱਥਦਾ। ਐਸਾ ਸ਼ਕਤ ਗੁਰੂ ਨਾਨਕ ਦੇ ਨਜ਼ਰਾਂ ਵਿੱਚ ਹੀ। ਤਾਂ ਹੀ ਤੇ ਕਹਿੰਦੇ ਨੇ ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨਾਂ ਵਿੱਚ ਹੀ ਇੰਨਾ ਬਲ ਹੈ,
ਜੇ ਕੋਈ ਗੁਰੂ ਦੇ ਦਰਸ਼ਨ ਵੀ ਬੜੇ ਪਿਆਰ ਸਤਿਕਾਰ ਨਾਲ ਕਰੇ, ਉਹਦੇ ਵਿੱਚ ਵੈਸੇ ਹੀ ਬਲ ਆ ਜਾਂਦਾ ਹੈ। ਪੂਰਬ ਭਈ ਨ ਕਬਹੂ ਐਸੇ, ਤਰਤੇ ਅਸਨ ਚਾਇਓ ਜੈਸੇ। ਸੰਗਤ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਜੀ, ਜੈਸੀ ਸ਼ਕਤੀ ਤੁਸੀਂ ਅੱਜ ਵਿਖਾਈ ਹੈ, ਐਸੀ ਕਦੇ ਪਹਿਲਾਂ ਦੁਨੀਆ 'ਚ ਕਿਸੇ ਨਹੀਂ ਵਿਖਾਈ। ਦਰਖਤ ਦੇ ਉੱਤੋਂ ਕਦੇ ਨਹੀਂ ਦੁਨੀਆ ਨੇ ਅੱਜ ਤਾਈਂ ਜਲੇਬੀਆਂ ਡਿੱਗੀਆਂ ਵੇਖੀਆਂ ਹੋਏਗਾ। ਦੁਨੀਆ ਨੇ ਫਲ ਤੇ ਡਿੱਗਦੇ ਵੇਖੇ ਨੇ, ਜਲੇਬੀਆਂ ਨਹੀਂ ਕਿਸੇ ਨੇ ਡਿੱਗੀਆਂ ਵੇਖੀਆਂ। ਮਹਾਰਾਜ ਤੁਹਾਡੀ ਬੜੀ ਸ਼ਕਤੀ ਹੈ, ਕਿਤੇ ਲੱਡੂ ਡਿੱਗਦੇ ਨੇ ਦਰਖਤਾਂ ਤੋਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੀ ਐਸੀ ਸ਼ਕਤੀ ਹੈ, ਦੁਨੀਆ 'ਚ ਅੱਜ ਤਾਈਂ ਕਿਸੇ ਨੇ ਨਹੀਂ ਦੇਖੀ। ਪੂਰਨ ਕਲਾਵਾਨ ਪਹਿਚਾਨੇ, ਮਾਨਵ ਆਨ ਅਨੇਕ ਮਿਲਾਨੇ। ਸਾਰਿਆਂ ਨੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਬੜਾ ਕਲਾਵਾਨ ਸਮਝਿਆ, ਤੇ ਬੜੇ ਮਨੁੱਖ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਏਡੇ ਕਲਾਵਾਨ ਨੇ ਗੁਰੂ ਜੀ, ਸਾਰੇ ਆ ਕੇ ਗੁਰੂ ਸਾਹਿਬ ਜੀ ਨੂੰ ਮਿਲਦੇ ਹਨ। ਜਿਤ ਦੇਸ਼ ਸ੍ਰੀ ਗੁਰ ਆਜਾਏ ਅੰਗਾਰੀ, ਤਿਤ ਦੇਸ਼ ਗਵੈ ਹਜ਼ਾਰ ਪਿਛਾਰੀ। ਹੁਣ ਜਿੱਧਰ ਨੂੰ ਵੀ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਪਿੱਛੇ ਤੁਰੀ ਜਾਂਦੀ ਹੈ। ਸ੍ਰੀ ਨਾਨਕ ਨਾਮੁ, ਜੈ ਤੈ ਹੈ ਚਾਰ ਸੁਖ ਧਾਮੁ। ਸ਼੍ਰੀ ਨਾਨਕ ਇਹ ਹੀ ਨਾਮ ਚਾਰੇ ਬੰਨੇ ਉਚਾਰਿਆ ਜਾ ਰਿਹਾ। ਸਾਰੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਸੁੱਖਾਂ ਦੇ ਘਰ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੀ ਬਾਣੀ ਸੁੱਖ ਦੇਣ ਵਾਲੀ ਹੈ। ਗਾਵੇ ਸ਼ਬਦ ਪੜੈ ਤ੍ਰਿੜ ਪ੍ਰੇਮਾ, ਕਰ ਵਿਚਾਰ ਹੋਏ ਚਿਤ ਸੋਕੇ ਮਾ। ਸਾਰੇ ਨਰ ਨਾਰੀਆਂ ਬੜੇ ਪ੍ਰੇਮ ਦੇ ਨਾਲ ਸ਼ਬਦ ਗਾਉਂਦੇ ਨੇ, ਤੇ ਜਿਹੜੇ ਸ਼ਬਦ ਨੂੰ ਵਿਚਾਰਦੇ ਵੀ ਨੇ, ਉਹਨਾਂ ਵਿੱਚ ਹੋਰ ਜ਼ਿਆਦਾ ਪ੍ਰੇਮ ਵੱਧ ਜਾਂਦਾ ਹੈ। ਸਤਿਜੁਗ ਵਿਖੇ ਬੇਣ ਕੋ ਭਾਲਾ, ਕਲੀ ਕਾਲ ਵਰਤਾਏ ਵਿਸਾਲਾ। ਇੱਕ ਸਤਿਜੁਗ ਦੇ ਵਿੱਚ ਰਾਜਾ ਹੋਇਆ ਹੈ, ਰਾਜਾ ਰਿਸ਼ੀ ਹੋਇਆ ਹੈ, ਜੋ ਪ੍ਰਿਥੂ ਦਾ ਪਿਤਾ ਸੀ, ਉਹ ਰਿਸ਼ੀ ਸੀ। ਉਹਨੇ ਕੀ ਕੀਤਾ, ਏਡੇ ਮਾੜੇ ਕਰਮ ਕੀਤੇ, ਸਤਿਜੁਗ ਦੇ ਵਿੱਚ ਵੀ ਕਲਯੁਗ ਵਰਤਾ ਦਿੱਤਾ। ਇਸ ਕਰਕੇ ਜਿਹੜਾ ਸਤਿਜੁਗ ਤੇ ਕਲਯੁਗ ਹੈ, ਕਈ ਘਰ ਅੱਜ ਵੀ ਐਸੇ ਨੇ ਜਿਨ੍ਹਾਂ ਦੇ ਘਰਾਂ 'ਚ ਸਤਿਜੁਗ ਹੈ। ਕਈ ਦੁਨੀਆ ਤੇ ਥਾਵਾਂ ਐਸੀਆਂ ਨੇ ਜਿੱਥੇ ਅੱਜ ਵੀ ਸਤਿਜੁਗ ਹੈ, ਭਾਵ ਜਿਨ੍ਹਾਂ ਦੇ ਘਰਾਂ 'ਚ ਗੁਰਬਾਣੀ ਚੱਲਦੀ ਹੈ, ਪ੍ਰੇਮ ਦੀ ਭਾਵਨਾ ਨਾਲ ਸਾਰੇ ਰਹਿੰਦੇ ਨੇ। ਜਿਹੜੇ ਸਾਰੇ ਨਰ ਨਾਰੀਆਂ ਆਪਣੇ ਘਰਾਂ 'ਚ ਗੁਰਬਾਣੀ ਪੜ੍ਹਦੇ ਨੇ, ਸੰਗਤ ਕਰਦੇ ਨੇ, ਉੱਥੇ ਸਤਿਜੁਗ ਹੈ। ਜਿੱਥੇ ਮਾਇਆ ਦੀ ਦ੍ਰਿਸ਼ਟੀ ਤੋਂ ਲਵਾਇਆ ਗੱਲ ਹੀ ਕੋਈ ਹੋਰ ਨਹੀਂ ਹੋਣੀ, ਉੱਥੇ ਕਲਯੁਗ ਹੈ। ਜਿੱਥੇ ਕਲੇਸ਼ ਪਿਆ ਰਹਿਣਾ ਹੈ, ਲੜਾਈ ਚੱਲਦੀ ਰਹਿਣੀ ਹੈ, ਉੱਥੇ ਕਲਯੁਗ ਹੈ। ਇਸ ਕਰਕੇ ਇੱਕ ਰਾਜਾ ਹੋਇਆ ਜਿਹਨੇ ਸਤਿਜੁਗ ਵਿੱਚ ਵੀ ਕਲਯੁਗ ਵਰਤਾਇਆ, ਭਾਵ ਸਤਿਜੁਗ ਵਿੱਚ ਵੀ ਕਲਯੁਗ ਵਰਗੇ ਕੰਮ ਕੀਤੇ। ਤਾਈ ਮਹਾਰਾਜ ਨੇ ਕਿਹਾ ਵੀ ਅਬ ਕਲੁ ਆਇਓ ਰੇ, ਇੱਕ ਨਾਮ ਭੋਗ ਹੋ। ਇਹ ਕਲਯੁਗ ਦਾ ਸਮਾਂ ਹੈ, ਕੋਈ ਮਾਮੂਲੀ ਸਮਾਂ ਨਹੀਂ ਹੈ। ਇਹਦੇ ਵਿੱਚ ਸਤ ਸੰਗਤ 'ਚ ਬੈਠਣਾ ਇਹ ਬੜਾ ਵੱਡਾ ਤਪ ਹੈ। ਮਹਾਰਾਜ ਕਹਿੰਦੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਵਿੱਚ। ਸੂਰਮਾ ਇਸ ਯੁੱਗ 'ਚ ਉਹ ਨਹੀਂ ਜਿਹੜਾ ਤਲਵਾਰ ਲੈ ਕੇ ਲੜ ਲੈਂਦਾ। ਇਹ ਤੇ ਅੱਜ ਤੇ ਲੜ ਤੇ ਸਾਰੇ ਹੀ ਲੈਂਦੇ ਨੇ। ਪਹਿਲਾਂ ਤੇ ਜਿਹੜੀਆਂ ਕਿਰਪਾਨਾਂ ਸੀ, ਤਲਵਾਰਾਂ ਸੀ, ਕਿਸੇ ਨੂੰ ਚਲਾਉਣੀ ਆਉਂਦੀ, ਛਤਰੀਆਂ ਦਾ ਕੰਮ ਸੀ। ਅੱਜ ਦਾ ਤੇ ਸਮਾਂ ਐਸਾ ਹੈ, ਹਰੇਕ ਮਨੁੱਖ ਹੀ ਡੰਗ ਚੁੱਕੀ ਫਿਰਦਾ, ਤਲਵਾਰ ਹਰ ਕੋਈ ਚਲਾ ਲੈਂਦਾ। ਪਰ ਇਹ ਸਮਾਂ ਐਸਾ, ਨਾਮ ਕੋਈ ਨਹੀਂ ਜਪ ਸਕਦਾ। ਤਾਂ ਹੀ ਮਹਾਰਾਜ ਨੇ ਸੂਰਮੇ ਦੀ ਡੈਫੀਨੇਸ਼ਨ ਹੀ ਬਦਲ ਦਿੱਤੀ ਕਿ ਅੱਜ ਦੇ ਸਮੇਂ 'ਚ ਸੂਰਮਾ ਉਹ ਨਹੀਂ ਜਿਹੜਾ ਲੜਾਈ ਕਰਨੀ ਜਾਣਦਾ ਹੋਵੇ, ਜੰਗ ਕਰ ਨਹੀਂ। ਅੱਜ ਦੇ ਸਮੇਂ 'ਚ ਸੂਰਮਾ ਉਹ ਹੈ ਜਿਹੜਾ ਨਾਮ ਜਪਣਾ ਜਾਣਦਾ। ਇੱਕ ਸਮਾਂ ਐਸਾ ਸੀ, ਬ੍ਰਾਹਮਣ ਨਾਮ ਜਪਣਾ ਜਾਣਦਾ ਸੀ, ਛਤਰੀਆ ਜੰਗ ਕਰਨਾ ਜਾਣਦਾ ਸੀ। ਪਰ ਅੱਜ ਦਾ ਸਮਾਂ ਜਾ ਕੋ ਹਰ ਰੰਗ ਲਾਗੋ, ਹਰੀ ਦੀ ਰੰਗ ਲੱਗ ਗਿਆ ਜੀ। ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਐਸਾ ਮਹਾਰਾਜ ਨੇ ਕਿਉਂ ਕਿਹਾ, ਇਹਨੂੰ ਥੋੜਾ ਸਮਝੋ। ਅੱਜ ਆਪਾਂ ਘਰੋਂ ਜਦੋਂ ਆਉਨੇ ਆ, ਅੱਖਾਂ ਨਾਲ ਵੇਖਦੇ ਆ, ਚਾਰੇ ਬੰਨੇ ਕਲਯੁਗ ਦਾ ਹੀ ਵਰਤਾਰਾ ਹੈ। ਕੋਈ ਗਾਲ ਕੱਢ ਕੇ ਬੋਲ ਰਿਹਾ, ਕਿਸੇ ਨੂੰ ਮਾੜੀ ਬਾਣੀ ਬੋਲ ਰਿਹਾ, ਆਪਾਂ ਸੁਣਦੇ ਆ।
ਕਾਨੀ ਮਨੁੱਖ ਨੂੰ ਲਪੇਟਣੇ ਪੈਂਦੇ ਨੇ, ਕਸਰ ਤੇ ਕੋਈ ਨਹੀਂ। ਘਰੋਂ ਤੁਰੇ ਮਨੁੱਖ ਕਿੰਨੇ ਵਚਿੱਤਰ ਕੰਮ ਹੋ ਰਹੇ ਨੇ, ਕਲਯੁਗੀ ਕੰਮ ਹੋ ਰਹੇ ਨੇ। ਕੋਈ ਸ਼ਰਾਬ ਪੀ ਕੇ ਡਿੱਗਿਆ, ਕੋਈ ਕਿਸੇ ਨਾਲ ਲੜਾਈ ਕਰ ਰਿਹਾ, ਤੇ ਜਦੋਂ ਮਨੁੱਖ ਜਾਂਦਾ ਲੜਾਈ ਵਜੇ ਆਪ ਵੀ ਖਲੋ ਜਾਂਦਾ। ਗਿਆ ਗੁਰਦੁਆਰੇ ਹੋਇਆ, ਕਿਸੇ ਦੀ ਲੜਾਈ ਵਜੇ ਆਪ ਵੀ ਖਲੋ ਜਾਂਦਾ, ਵੇਖਣੇ ਕੀ ਹੋਇਆ। ਕਲਯੁਗ ਖਿੱਚ ਲੈਂਦਾ, ਤੂੰ ਗੁਰਦੁਆਰੇ ਕੀ ਕਰ ਰਿਹਾ, ਤੂੰ ਵੀ ਇੱਥੇ ਖਲੋ। ਇਹ ਕਲਯੁਗ ਦੇ ਅੰਦਰ ਸਤ ਸੰਗਤ ਕਰਨੀ ਬੜਾ ਵੱਡਾ ਤਪ ਹੈ, ਬਹਿਣਾ ਹੀ ਬੜਾ ਤਪ ਹੈ ਇੱਥੇ। ਤੇ ਇਹ ਜਿਹੜਾ ਦਿਮਾਗ ਹੈ ਇੱਥੇ ਨਹੀਂ ਬਹਿੰਦਾ, ਇਹ ਘਰ ਚਲਾ ਜਾਏਗਾ, ਬਾਹਰ ਗਲੀ 'ਚ ਜਾ ਕੇ ਭਾਵੇਂ 2 ਘੰਟੇ ਖਲੋ ਜਾਏਗਾ, ਗੱਲਾਂ ਵੀ ਕੁਛ ਨਹੀਂ, ਕੋਈ ਸੱਚਾਈ ਦੀ ਗੱਲ ਨਹੀਂ। ਕਲਯੁਗੀਆਂ ਵਾਰਤਾ ਉਹ ਫਲਾਣੇ ਦਾ ਭਾਰ, ਕਿਸੇ ਦਾ ਭਾਰ ਹੌਲਾ ਕਰੀ ਜਾਏਗਾ। ਕਿਸੇ ਨੇ ਤੇ ਆਪਣੇ ਕਰਮ ਖਰਾਬ ਕੀਤੇ ਹੀ ਨੇ, ਕਿਸੇ ਨੇ ਮਾੜਾ ਕਰਮ ਕਰਤਾ, ਕਰਮ ਖਰਾਬ ਕੀਤੇ। ਮਨੁੱਖ ਉਹਦੇ ਕਰਮਾਂ ਦੀ, ਮਾੜੇ ਕਰਮਾਂ ਦੀ ਵਿਚਾਰ ਕਰੀ ਜਾਏਗੀ, ਉਹਨੇ ਐਵੇਂ ਕਿਉਂ ਕੀਤਾ। ਆਪਣਿਆਂ ਦੀ ਤੇ ਰੱਖਦਾ ਆਪਣੇ ਤੇ ਕਰਮਾਂ ਦੀ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ। ਆਪਣਿਆਂ ਦੀ ਤੇ ਕੋਈ ਨਹੀਂ ਜਾਣਦਾ, ਦੂਜਿਆਂ ਦੇ ਸਾਰਿਆਂ ਦੇ ਪਤੇ ਨੇ, ਦੂਜੇ 'ਚ ਮਾੜਾ ਕੀ ਹੈ। ਹੁਣ ਜਿੰਨੇ ਗਲੀ 'ਚ ਲੋਕ ਨੇ ਸਾਰਿਆਂ ਦੇ ਹੀ ਮਾੜੇ ਕਰਮ ਪਤਾ ਨੇ, ਚੰਗੇ ਤੇ ਉਹਦੇ ਵਿੱਚ ਹੈ ਨਹੀਂ ਤੇ ਪਤਾ ਹੀ ਨਹੀਂ। ਮਨੁੱਖ ਨੂੰ ਜੇ ਪੁੱਛਿਆ ਜਾਏ ਕਿ ਤੁਹਾਡੇ ਮਹੱਲੇ ਦੇ ਵਿੱਚ ਚੰਗੀਆਂ ਚੀਜ਼ਾਂ, ਲੋਕਾਂ ਵਿੱਚ ਚੰਗੇ ਗੁਣ ਕਿਹੜੇ ਨੇ, ਇਹਨੂੰ ਸੋਚਣਾ ਪਏਗਾ। ਜੇ ਪੁੱਛਿਆ ਜਾਏ ਮਾੜੇ ਕਿਹੜੇ ਨੇ, ਕੋਈ ਸੋਚਣ ਦੀ ਲੋੜ ਨਹੀਂ, ਧਰੇ ਹੀ ਨਹੀਂ, ਅੱਗੇ ਹੀ ਫਟਾਫਟ ਦੱਸਦੇ ਆਹ ਵੀ ਮਾੜਾ, ਆਹ ਵੀ ਮਾੜਾ। ਘਰ ਵਿੱਚ ਜੇ ਪੁੱਛਣਾ ਪਏ, ਇੱਕ ਨੂੰਹ ਨੂੰ ਪੁੱਛ ਲਿਆ ਜਾਏ ਤੁਹਾਡੀ ਸੱਸ ਵਿੱਚ ਚੰਗੇ ਗੁਣ ਕਿਹੜੇ ਨੇ, ਉਹਨੂੰ ਕਈ ਵਾਰੀ ਸੋਚਣਾ ਪਏਗਾ। ਜੇ ਪੁੱਛਿਆ ਜਾਏ ਮਾੜੇ ਕਿਹੜੇ ਨੇ, ਅੱਗੇ ਹੀ ਧਰੇ ਨੇ, ਮਾੜੇ ਹੀ ਲੱਭਦੀ ਹੈ ਸਾਰਾ ਦਿਨ, ਫਟਾਫਟ ਦੱਸ ਦੇਗੀ। ਕਿਉਂ? ਉਹਦਾ ਭਾਰ ਵੰਡਾਇਆ ਜਾ ਰਿਹਾ, ਮਾੜੇ ਉਹਦੇ ਇਕੱਠੇ। ਜੇ ਲੱਭਣੇ ਨੇ ਕਿਸੇ ਵਿੱਚ ਚੰਗਾ ਲੱਭੋ। ਆਪਾਂ ਦੁਕਾਨ ਤੇ ਸਬਜ਼ੀ ਲੈਣ ਜਾਈਏ, ਸਬਜ਼ੀ ਚੰਗੀ ਲੱਭਦੇ ਆ ਕਿ ਮਾੜੀ? ਚੰਗੀ ਲੱਭਦੇ। ਗੁਰੂ ਨਾਨਕ ਸਾਹਿਬ ਇਹਨੂੰ ਕਹਿੰਦੇ ਨੇ, ਅਵਗੁਣ ਛੋੜ ਗੁਣਾ ਕੋ ਤਾਵੋ, ਸਾਂਝ ਕਰੀਜੈ ਗੁਣਾ ਕੇਰੀ। ਛੋੜ ਅਵਗੁਣ ਚੱਲ ਗਿਆ ਜੀ। ਕਹਿੰਦੇ ਜਿਵੇਂ ਦੁਕਾਨ ਤੇ ਸਬਜ਼ੀ ਲੈਣ ਜਾਈਏ, ਚੰਗੀ ਚੁੱਕ ਲਈਦੀ ਹੈ, ਮਾੜੀ ਛੱਡ ਦਈਦੀ ਹੈ। ਇਹਦਾ ਕੀ ਬਣੇਗਾ? ਇਹ ਤੇ ਨਾ ਕਿਸੇ ਦੇ ਖਾਣ ਦੀ ਗੱਲ ਹੈ, ਨਾ ਸਵਾਦ, ਇਹਦਾ ਤੇ ਕਿਸੇ ਨੂੰ ਸਵਾਦ ਹੀ ਨਹੀਂ ਆਉਣਾ। ਮਾੜੀ ਸਬਜ਼ੀ ਨੂੰ ਕੌਣ ਖਾਂਦਾ ਹੈ? ਇਸ ਕਰਕੇ ਜਿਨ੍ਹਾਂ ਵਿੱਚ ਮਾੜੇ ਮਨੁੱਖ, ਜਿਨ੍ਹਾਂ ਵਿੱਚ ਮਾੜੇ ਗੁਣ ਹੁੰਦੇ ਨੇ, ਗੁਰੂ ਵੀ ਉਹਨਾਂ ਨੂੰ ਯਾਦ ਨਹੀਂ ਕਰਦਾ। ਇਹ ਵੀ ਯਾਦ ਰੱਖਣਾ। ਆਉਂਦੇ ਰਹਿਣ ਗੁਰਦੁਆਰੇ, ਗੁਰੂ ਨਹੀਂ ਨੇੜੇ ਲਾਉਂਦਾ ਮਾੜਿਆਂ ਨੂੰ। ਤਾਂ ਹੀ ਤੇ ਬਾਣੀ 'ਚ ਆਖਿਆ ਹੈ, ਕਹਿੰਦੇ ਇਹ ਤੇ ਪੁੱਛਿਆ ਗਿਆ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਕਿਉਂਕਿ ਇਹ ਤੇ ਗੁਣਾਂ ਨਾਲ ਸਾਂਝ ਪੈਂਦੀ ਹੈ ਰੱਬ ਦੇ ਦਰਬਾਰ 'ਚ। ਸਿਫਤੀ ਗੰਢ ਪਵੈ ਦਰਬਾਰ, ਚੰਗੇ ਗੁਣਾਂ ਨਾਲ ਦਰਬਾਰ 'ਚ ਗੰਢ ਪੈਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਭਾਈ ਲਹਿਣਾ ਜੀ ਦੇ ਉਸ ਸਮੇਂ ਉੱਥੇ ਗੁਰੂ ਨਾਨਕ ਸਾਹਿਬ ਜਿੱਧਰ ਨੂੰ ਜਾਂਦੇ ਨੇ, ਸਾਰੀ ਸੰਗਤ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪੀ ਜਾ ਰਹੀ ਹੈ। ਚੋਰ ਦੁਸ਼ਟ ਅਗ ਕਰਤੇ ਅਨੇਕਾ, ਨੈ ਸਤ ਸੰਗਤ ਹੈ ਨ ਵਿਵੇਕਾ। ਕਹਿੰਦੇ ਜਿਹੜੇ ਚੋਰ ਦੁਸ਼ਟ ਨੇ, ਉਹ ਕਈ ਪ੍ਰਕਾਰ ਦੇ, ਚੋਰ ਦੁਸ਼ਟ ਅਗ ਕਰਤ ਅਨੇਕਾ, ਨਾ ਸਤ ਸੰਗਤ ਹੋਏ ਨਾ ਵਿਵੇਕਾ। ਜਿਹੜੇ ਚੋਰ ਦੁਸ਼ਟ ਨੇ, ਅਨੇਕਾਂ ਪ੍ਰਕਾਰ ਦੇ ਮਾੜੇ ਕੰਮ ਕਰਦੇ ਨੇ, ਸਤ ਸੰਗਤ ਉਹ ਕਰਦੇ ਨਹੀਂ। ਇਸ ਕਰਕੇ ਉਹਨਾਂ ਦੇ ਅੰਦਰ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਸਤਜੁਗ ਕਲ ਕਾਲ ਮਝਾਰਾ, ਪ੍ਰਗਟ ਕੀਨ ਤਬ ਪ੍ਰਭੂ ਉਦਾਰਾ। ਕਹਿੰਦੇ ਉਸ ਰਾਜੇ ਨੇ ਤੇ ਸਤਜੁਗ ਦੇ ਵਿੱਚ ਕਲਯੁਗ ਵਰਤਾਇਆ ਸੀ। ਗੁਰੂ ਨਾਨਕ ਸਾਹਿਬ ਨੇ ਉਲਟੀ ਰੀਤ ਚਲਾ ਦਿੱਤੀ, ਇਹਨਾਂ ਕਲਯੁਗ ਦੇ ਵਿੱਚ ਹੀ ਸਤਜੁਗ ਵਰਤਾ। ਆ ਸਤ ਸੰਗਤ ਸਤਜੁਗ ਹੈ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗ ਬੈਕੁੰਠੇ ਆਹੇ। ਜਿੱਥੇ ਸੱਚਖੰਡ ਹੈ, ਸਾਧ ਸੰਗਤ ਤੇ ਸੱਚਖੰਡ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਜਿੱਥੇ ਸਤ ਸੰਗਤ ਹੁੰਦੀ ਹੋਏ, ਬਾਣੀ ਕਹਿੰਦੀ ਹੈ, ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਤਲ ਸੋਏ ਨ ਚੁਬਾਰੇ। ਸੋਨੇ ਦੇ ਚੁਬਾਰੇ ਨੇ ਉਹ ਘਰ ਵੀ ਜਿੱਥੇ ਨਾਮ ਜਪਿਆ ਜਾਏ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ, ਉਹਨੂੰ ਤੇ ਉਜਾੜ ਦੱਸਿਆ। ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੇ ਅੰਦਰ ਸਤਜੁਗ ਵਰਤਾਇਆ, ਐਸੀ ਬਾਣੀ ਦੁਨੀਆ ਨੂੰ ਦੱਸੀ ਤੇ ਪ੍ਰਮਾਤਮਾ ਦੇ ਗੁਣ ਦੁਨੀਆ ਨੂੰ ਦੱਸੇ ਹਨ। ਜਹ ਤੈ ਹੋਏ ਰਹਿਓ ਸਤ ਸੰਗਾ, ਸਤਨਾਮ ਸਿਮਰੇ ਦੁਖ ਭੰਗਾ। ਜਿਹੜੇ ਜਿਹੜੇ ਵੀ ਗੁਰੂ ਨਾਨਕ ਸਾਹਿਬ ਕੋਲ ਆਉਂਦੇ ਨੇ, ਕਹਿੰਦੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਐਸੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਕੀਤੀ। ਪਹਿਲਾਂ ਤੇ ਕਿਤੇ ਮੰਦਰਾਂ ਦੇ ਵਿੱਚ ਹੀ,
ਰੱਬ ਦਾ ਨਾਮ ਲਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਹਾ ਘਰਾਂ ਵਿੱਚ ਹੀ ਪੋਥੀਆਂ ਲੈ ਜਾਓ, ਘਰਾਂ ਵਿੱਚ ਹੀ ਸੁਖਮਨੀ ਸਾਹਿਬ ਦੇ ਗੁਟਕੇ ਰੱਖੋ, ਘਰਾਂ ਵਿੱਚ ਹੀ ਕੀਰਤਨ ਬਣਾਓ, ਘਰਾਂ ਨੂੰ ਹੀ ਗੁਰਦੁਆਰੇ ਬਣਾ ਦਿਓ। ਐਸਾ ਕੰਮ ਕਰੋ। ਘਰ ਘਰ ਅੰਦਰ ਧਰਮਸ਼ਾਲ, ਆਪਣੇ ਘਰਾਂ ਦੇ ਵਿੱਚ ਹੀ ਗੁਰੂ ਦੀ ਕੀਰਤੀ ਵਰਤਾਓ। ਘਰਾਂ ਵਿੱਚ ਵੀ ਕਹਿੰਦੇ ਆਪਾਂ ਆ ਵੇਖਦੇ ਹਾਂ ਵੀ ਗੁਰਦੁਆਰੇ ਲੰਗਰ ਚੱਲਦਾ, ਕਦੇ ਤੋਟ ਨਹੀਂ ਆਉਂਦੀ। ਕਹਿੰਦੇ ਕਿਉਂ? ਇਹ ਗੁਰੂ ਦਾ ਘਰ ਹੈ। ਜੇ ਅਸੀਂ ਗੁਰੂ ਦੀ ਗੱਲ, ਕਿਉਂਕਿ ਗੁਰਦੁਆਰੇ ਸਾਰਾ ਦਿਨ ਗੁਰੂ ਤੋਂ ਸਿਵਾਏ ਇਸ ਸਟੇਜ ਤੋਂ ਇਹਦੇ ਚੁਗਲੀ ਨਿੰਦਾ ਨਹੀਂ ਹੋਏਗੀ, ਪਰਮਾਤਮਾ ਦੀ ਗੱਲ ਹੋਏਗੀ ਬਸ। ਜੇ ਅਸੀਂ ਘਰਾਂ ਦੇ ਵਿੱਚ ਇਹ ਚੀਜ਼ ਅਸੀਂ ਛੱਡ ਦਈਏ, ਆਪਣੇ ਘਰਾਂ ਦੇ ਵਿੱਚ ਗੁਰੂ ਤੋਂ ਸਿਵਾਏ ਕਿਸੇ ਦੀ ਗੱਲ ਹੀ ਨਾ ਕਰੀਏ, ਤੇ ਘਰਾਂ ਵਿੱਚੋਂ ਵੀ ਬਰਕਤਾਂ ਨਹੀਂ ਖਤਮ ਹੋਣੀਆਂ। ਇਹ ਬਰਕਤਾਂ ਜਾਣ ਦਾ ਕਾਰਨ ਕੀ ਹੈ? ਘਰਾਂ ਵਿੱਚ ਗੱਲਾਂ ਦੂਜਿਆਂ ਦੀਆਂ ਚੱਲ ਪਈਆਂ। ਅੰਨ ਪਾਣੀ ਥੁੱਟਦਾ ਕਿਉਂ ਹੈ? ਜਦੋਂ ਦੂਜੇ ਦੀ ਗੱਲ ਚੱਲੇਗੀ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ, ਸਿੱਖੋ ਘਰ ਘਰ ਅੰਦਰ ਧਰਮਸ਼ਾਲ, ਹੋਵੇ ਕੀਰਤਨ ਸਦਾ ਵਿਸਰੋਹਾ। ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਰਮ ਕੀਤਾ, ਸਾਰੀ ਦੁਨੀਆ ਨੂੰ ਕਿਹਾ ਆਪਣੇ ਘਰਾਂ ਵਿੱਚ ਸਤ ਸੰਗਤ ਕਰੋ, ਹਮੇਸ਼ਾ ਸਤਨਾਮ ਦਾ ਜਾਪ ਕਰਿਆ ਕਰੋ। ਜਿੰਨੇ ਵੀ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿੰਨੇ ਵੀ ਦੁੱਖ ਨੇ, ਜਿੰਨੇ ਵੀ ਸੰਤਾਪ ਨੇ, ਸਾਰੇ ਉਤਰ ਜਾਣਗੇ। ਮਿਲਹਿ ਵਿਚਾਰਹਿ ਗਾਵਹਿ ਕੀਰਤ, ਸ਼ੋਭਾ ਸਗਲ ਜਗਤ ਬਸਤੀ ਰਤ। ਸਾਰੇ ਮਿਲ ਕੇ ਗੁਰੂ ਦੇ ਪਰਮਾਤਮਾ ਦੇ ਗੁਣ ਵਿਚਾਰਦੇ ਨੇ। ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਦੱਸੀ ਜਾਂਦੇ ਨੇ, ਚਾਰੇ ਬੰਨੇ ਪਰਮਾਤਮਾ ਦੀ ਕੀਰਤੀ ਫੈਲ ਗਈ ਹੈ। ਜੈ ਜੈਕਾਰ ਹੋਤ ਚਉਫੇਰਾ, ਉਮਗਤ ਸਭ ਕੈ ਪ੍ਰੇਮ ਕਨੇਰਾ। ਸਾਰੀ ਤਰਫ ਜੈ ਜੈਕਾਰ ਹੋ, ਕਹਿੰਦੇ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ। ਚਾਰੇ ਬੰਨੇ ਜੈ ਜੈਕਾਰ ਹੋ ਰਹੀ ਹੈ। ਦੁਨੀਆ ਚਾਰੇ ਬੰਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿਵੇਂ 550 ਸਾਲਾਂ ਜਦੋਂ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਜੀ ਦਾ ਆਇਆ, ਰਾਤ ਨੂੰ ਸ਼ਹਿਰਾਂ ਚੋਂ ਲੰਘਿਆ, ਇੰਨਾ ਪਰਮਾਤਮਾ ਵਾਹਿਗੁਰੂ ਦੀ ਕਿਰਪਾ, 2-2 ਵਜੇ ਤੇ ਸੰਗਤਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਕੇ ਰੋਡਾਂ ਤੇ ਖਲੋਤੀਆਂ ਰਹੀਆਂ। ਆਪ ਜੀ ਨੇ ਦਰਸ਼ਨ ਕੀਤੇ। ਇੱਥੇ ਵੀ ਰਾਤ ਨੂੰ 12 ਵਜੇ ਆਇਆ, ਮੰਡੀ ਦੇ ਗੇਟ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਪੈਰ ਰੱਖਣ ਨੂੰ ਥਾਂ ਨਹੀਂ ਸੀ। ਸਵੇਰੇ ਜਦੋਂ ਨਗਰ ਕੀਰਤਨ ਰਵਾਨਾ ਹੋਇਆ, ਧੰਨ ਗੁਰੂ ਨਾਨਕ ਦੇ ਜਕਾਰੇ। ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਇੰਨੀ ਹੈ, ਚਾਰੇ ਬੰਨੇ ਮਹਾਰਾਜ ਦੀ ਕੀਰਤੀ ਫੈਲੀ ਹੋਈ ਹੈ। ਮਾਨਵ ਮਿਲੇ ਅਨੇਕ ਹਜ਼ਾਰਾ, ਸਰਬ ਦੇਖਤੇ ਖਾਏ ਆਹਾਰਾ। ਜਿਵੇਂ ਅੱਜ ਲੰਗਰ ਚੱਲਦਾ ਹੈ ਮਹਾਰਾਜ ਜੀ ਦੇ ਕੀਰਤਪੁਰ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਹਿੰਦੇ ਕਈ ਹਜ਼ਾਰ ਲੋਕ ਆਉਂਦੇ ਸੀ ਗੁਰੂ ਸਾਹਿਬ ਦੇ ਉੱਤੇ, ਤੇ ਨਾਲ ਦੀ ਨਾਲ ਰੋਜ਼ ਦੀ ਰੋਜ਼ ਲੰਗਰ ਛਕਿਆ ਕਰਦੇ ਸੀ। ਦਰਬ ਉਪਾਇ ਨਹੀਂ ਕੋਈ, ਕਹਤੇ ਦੇਹ ਨਾ ਫੇਰੈ ਸੋਈ। ਬੜੇ ਮਨੁੱਖ ਹਜ਼ਾਰਾਂ ਰੁਪਏ ਮਹਾਰਾਜ ਨੂੰ ਦਿੰਦੇ ਸੀ, ਮਹਾਰਾਜ ਲੈਂਦੇ ਨਹੀਂ ਸੀ। ਕਹਿੰਦੇ ਭਾਈ ਲੰਗਰ ਵਰਤਾ ਦਿਓ, ਮਾਇਆ ਮੇਰੇ ਕਿਸੇ ਕੰਮ ਦੀ ਨਹੀਂ। ਸਵਾ ਜਾਮ ਨਿਸ ਜਾਏ ਇਸ਼ਨਾਨਾ, ਜਲ ਮੈਂ ਤਿਸ਼ਟੈ ਕਿਰਪਾ ਨਿਧਾਨਾ। ਜਦੋਂ ਸਵਾ ਪੈਰ ਰਹਿਤ ਰਹਿ ਜਾਂਦੀ ਸੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਲ ਦੇ ਵਿੱਚ ਇਸ਼ਨਾਨ ਕਰਿਆ ਕਰਦੇ ਸੀ। ਭੋਰ ਹੋਤ ਲਓ ਠਾਂਡੇ ਰਹੀ, ਕੰਠ ਸਮਾਨ ਜਾਏ ਜਰ ਰਹੀ। ਮਹਾਰਾਜ ਜੀ ਚੱਲਦੇ ਉੱਥੇ ਬੈਠੇ ਆ, ਉਸ ਤੋਂ ਬਾਅਦ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਜਪ ਤਪ ਕਰੀ ਜਾਂਦੇ ਸਨ। ਲੈਣਾ ਜਾਏ ਸੰਗ ਤੇ ਕਾਲਾ, ਸੇਵੈ ਸਤਿਗੁਰ ਚਰਨ ਰਸਾਲਾ। ਭਾਈ ਲਹਿਣਾ ਜੀ ਵੀ ਮਹਾਰਾਜ ਦੇ ਨਾਲ ਹੀ ਚਲੇ ਜਾਂਦੇ ਸੀ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਕਰੀ ਜਾ ਰਹੇ ਸਨ। ਹਿਮਰਤ ਹੁਤੀ ਸੀਤ ਅਧਿਕਾਈ, ਇੱਕ ਦਿਨ ਪੁੰਨ ਬਰਖਾ ਬਰਖਾਈ। ਕਹਿੰਦੇ ਇੱਕ ਵਾਰੀ ਠੰਡ ਦੀ ਰੁੱਤ ਸੀ, ਉੱਤੋਂ ਮੀਂਹ ਪੈ ਰਿਹਾ ਸੀ ਤੇ ਉੱਤੋਂ ਵਰਖਾ ਹੋ ਰਹੀ ਸੀ, ਠੰਡ ਦੀ ਰੁੱਤ ਚੱਲ ਰਹੀ ਸੀ। ਜਲ ਮੈਂ ਬੈਠੇ ਗੁਣੀ ਗਹੀਰੰ, ਲੈਣਾ ਬੈਠਿਓ ਸਰਿਤਾ ਤੀਰੰ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਲ ਦੇ ਵਿੱਚ ਇਸ਼ਨਾਨ ਕਰ ਰਹੇ ਸੀ। ਭਾਈ ਲਹਿਣਾ ਜੀ ਜੋ ਜਿੱਥੇ ਮਹਾਰਾਜ ਇਸ਼ਨਾਨ ਕਰ ਰਹੇ ਸੀ, ਭਾਈ ਲਹਿਣਾ ਜੀ ਉਹ ਦਰਿਆ ਦੇ ਕੰਢੇ ਤੇ ਬੈਠੇ ਸਨ। ਭਇਓ ਸ਼ੀਤ ਤੇ ਕਾਲ ਵਿਸਾਲਾ, ਭੀਗੇ ਚੀਰ
ਭਾਈ ਲਹਿਣਾ ਜੀ ਨੂੰ ਠੰਡ ਲੱਗਣੀ ਸ਼ੁਰੂ ਹੋਈ। ਕਿਉਂ? ਕਹਿੰਦੇ ਬੈਠੇ ਬਾਹਰ ਸਨ, ਉਹਨਾਂ ਦੇ ਜਿਹੜੇ ਕੱਪੜੇ ਸਨ ਪਾਣੀ ਦੇ ਨਾਲ ਭਿੱਜ ਗਏ ਸਨ। ਸਰਦੀ ਤਾਪ ਲੈਣੇ ਕੋ ਵਿਆਪੀ, ਥਰ ਥਰ ਸੀਤ ਸੰਗ ਦੇ ਕਾਪੀ। ਭਾਈ ਲਹਿਣਾ ਜੀ ਨੂੰ ਠੰਡ ਲੱਗਣ ਲੱਗੀ, ਸਾਰੀ ਦੇਹ ਕੰਬਣ ਲੱਗ ਪਈ। ਭਾਵ ਗੁਰੂ ਅੰਗਦ ਦੇਵ ਜੀ ਦੀ ਬੈਠੇ ਸਨ, ਬੈਠੇ ਰਹੇ ਉੱਥੇ, ਉਹਨਾਂ ਦੀ ਦੇਹ ਜਿਹੜੀ ਹੁਣ ਕੰਬ ਰਹੀ ਹੈ। ਦੰਤ ਜੁਟੇ ਮੁਖ ਜਾਏ ਨ ਬੋਲਾ, ਪਰਿਓ ਧਰਾ ਪੁਨ ਹੋਏ ਅਡੋਲਾ। ਦੰਦ ਵੱਜਣ ਲੱਗ ਪਏ, ਮੁਖ ਤੋਂ ਬੋਲਿਆ ਨਾ ਜਾਏ। ਬੇਹੋਸ਼ ਹੋ ਕੇ ਭਾਈ ਲਹਿਣਾ ਜੀ ਧਰਤੀ ਤੇ ਡਿੱਗ ਪਏ। ਨੈ ਸ਼ੁਧ ਈਖਦ ਰਹੀ ਸਰੀਰਾ, ਕਰਤੇ ਗਿਰੇ ਜੋ ਗੁਰ ਕੇ ਚੀਰਾ। ਭਾਈ ਲਹਿਣਾ ਜੀ ਕੰਢੇ ਤੇ ਬੈਠੇ ਸਨ, ਗੁਰੂ ਨਾਨਕ ਸਾਹਿਬ ਜੀ ਦੇ ਕੱਪੜੇ ਫੜ ਕੇ। ਮੇਰੇ ਸੱਜੇ ਪਾਤਸ਼ਾਹ ਇਸ਼ਨਾਨ ਕਰ ਰਹੇ ਸੀ। ਭਾਈ ਲਹਿਣਾ ਜੀ ਕੋਲ ਮਹਾਰਾਜ ਦੇ ਪਰਮ ਸੇਵਕ ਸਨ, ਨਾਲ ਹੀ ਰਹਿੰਦੇ ਸੀ। ਮਹਾਰਾਜ ਜੀ ਦੇ ਕੱਪੜੇ ਫੜ ਕੇ ਬੈਠੇ ਸਨ। ਕਹਿੰਦੇ ਹੋਇਆ ਕਿ ਜਦੋਂ ਬੇਹੋਸ਼ ਹੋਏ, ਨਾਲ ਦੀ ਨਾਲ ਮਹਾਰਾਜ ਜੀ ਦੇ ਜਿਹੜੇ ਵਸਤਰ ਸਨ ਉਹ ਧਰਤੀ ਤੇ ਡਿੱਗ ਪਏ। ਦੇਸ਼ੇਨ ਨਿਕਸੇ ਵੈਰ ਗੁਸਾਈ, ਵੇਖਿਓ ਦਾਸ ਸੁਧ ਜਾਏ ਨ ਕਾਈ। ਮਹਾਰਾਜ ਜੀ ਜਲ ਤੋਂ ਬਾਹਰ ਆਏ ਇਸ਼ਨਾਨ ਕਰਕੇ। ਮਹਾਰਾਜ ਫਟਾਫਟ ਬਾਹਰ ਆਏ ਵੀ ਦਾਸ ਡਿੱਗ ਗਿਆ। ਮਹਾਰਾਜ ਜੀ ਨੇ ਵੇਖਿਆ ਭਾਈ ਲਹਿਣਾ ਜੀ ਨੂੰ ਤੇ ਸੁੱਧ ਬੁੱਧ ਹੀ ਨਹੀਂ ਹੈ। ਭੇਗ ਸਰੀਰ ਚੀਰ ਕੇ ਜਾ ਕੇ, ਪਰੇ ਅਚੇਤ ਅੰਗਸਿਤ ਤਾਕੇ। ਇਹ ਕਿੱਡੀ ਵੱਡੀ ਗੱਲ ਹੈ। ਗੁਰੂ ਅੰਦਰ ਇਸ਼ਨਾਨ ਕਰ ਰਹੇ ਐ, ਸਿੱਖ ਬਾਹਰ ਬੈਠਾ, ਕੱਪੜੇ ਭਿੱਜ ਗਏ ਨੇ। ਕਿੰਨਾ ਤਕੜਾ ਨਿਸ਼ਚਾ। ਇਹ ਨਹੀਂ ਵੀ ਮੈਂ ਉੱਠ ਕੇ ਕਿਤੇ ਪਰਾਂ ਜਾ ਕੇ ਜਿੱਥੇ ਗੁਰੂ ਭਾ ਕੇ ਗਿਆ ਉੱਥੇ, ਪਰ ਉੱਥੇ ਬੈਠਿਆਂ ਬੈਠਿਆਂ ਬੇਹੋਸ਼ ਹੋ ਗਏ, ਡਿੱਗ ਪਏ, ਉੱਠੇ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਤੱਕਿਆ ਵੀ ਇਹਨਾਂ ਦੇ ਕੱਪੜੇ ਭਿੱਜ ਗਏ ਨੇ, ਤਾਂ ਕਰਕੇ ਇਹਨਾਂ ਨੂੰ ਸਰਦੀ ਲੱਗੀ ਹੈ। ਪਦ ਪੰਕਜ ਤਨ ਸੋ ਪਰਸਾਇਓ, ਸਰਬ ਅੰਗ ਤੇ ਸ਼ੀਤ ਵਸਾਇਓ। ਮਹਾਰਾਜ ਜੀ ਨੇ ਆਪਣੇ ਪਾਵਨ ਚਰਨਾਂ ਨੂੰ ਭਾਈ ਲਹਿਣੇ ਦੇ ਸਰੀਰ ਨਾਲ ਛੁਆਇਆ। ਕਹਿੰਦੇ ਉਹ ਸਰੀਰ ਨਾਲ ਛੁਆਇਆ ਹੈ, ਭਾਈ ਲਹਿਣੇ ਜੀ ਨੂੰ ਹੀ ਸਰਦੀ ਜਿਹੜੀ ਉਹ ਉਤਰ ਗਈ ਹੈ। ਭਈ ਉਸ਼ਨਤਾ ਸੁਧ ਹੈ ਆਈ, ਏਕ ਪਰਿਓ ਪਾਇਨ ਲਪਟਾਈ। ਜਦੋਂ ਉਹਨਾਂ ਨੂੰ ਸੋਧੀ ਆਈ, ਉਹ ਕੀ ਤੱਕਦੇ ਨੇ? ਗੁਰੂ ਸਾਹਿਬ ਜੀ ਸਾਹਮਣੇ ਖੜੇ ਨੇ। ਕਹਿੰਦੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਉਹਨਾਂ ਨੇ ਨਾਲ ਦੀ ਨਾਲ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਹੈ। ਪੂਜਿਓ ਦਾਸ ਤਵੇ ਜਗਨਾਥਾ, ਕੌਣ ਹਾਲ ਪੀਤਿਓ ਤੁਝ ਸਾਥਾ। ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਜੀ ਪੁੱਛਦੇ, ਭਾਈ ਲਹਿਣਾ ਜੀ ਕੀ ਬੀਤਿਆ ਤੁਹਾਡੇ ਨਾਲ? ਤੁਸੀਂ ਧਰਤੀ ਦੇ ਉੱਤੇ ਕਿਉਂ ਡਿੱਗ ਗਏ ਸੀ? ਬੋਲਿਓ ਲੈਣਾ ਦੁਇ ਕਰ ਜੋਰੀ, ਸੁਣੀਏ ਪ੍ਰਭੂ ਦਸ਼ਾ ਜਸ ਮੋਰੀ। ਭਾਈ ਲਹਿਣਾ ਜੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਹੈ ਪ੍ਰਭੂ ਜੀ ਆਪ ਜੀ ਮੇਰੀ ਦਸ਼ਾ ਸੁਣੋ। ਵਸਤਰ ਭੀਜ ਪਾਸ਼ੀਤ ਕਨੇਰਾ, ਜੁਟੇ ਦੰਤ ਤਨ ਗਿਰ ਗਇਓ ਮੇਰਾ। ਮਹਾਰਾਜ ਜੀ ਠੰਡ ਬੜੀ ਸੀ, ਮੈਨੂੰ ਠੰਡ ਲੱਗੀ, ਮੇਰੇ ਕੱਪੜੇ ਭਿੱਜ ਗਏ ਸੀ, ਮੇਰੇ ਦੰਦ ਵੱਜਣੇ ਸ਼ੁਰੂ ਹੋਏ, ਮੈਂ ਸਰੀਰ ਕੰਬ ਰਿਹਾ ਸੀ, ਮੈਨੂੰ ਪਤਾ ਨਾ ਲੱਗਿਆ ਕਦੋਂ ਮੈਂ ਧਰਤੀ ਤੇ ਡਿੱਗ ਪਿਆ। ਚਰਨ ਕਮਲ ਤੁਮ ਆਨ ਸੁਭਾਵਾ, ਤਤ ਗਿਨ ਸਗਰੋ ਸ਼ੀਤ ਨਸਾਵਾ। ਮਹਾਰਾਜ ਜੀ ਜਦੋਂ ਤੁਸੀਂ ਆਪਣੇ ਪੈਰ ਨੂੰ ਮੇਰੇ ਸਰੀਰ ਦੇ ਨਾਲ ਲਾਇਆ, ਆਪਣੇ ਚਰਨਾਂ ਕਮਲਾਂ ਨੂੰ ਮੇਰੇ ਸਰੀਰ ਨਾਲ ਲਾਇਆ, ਉਦੋਂ ਮੈਨੂੰ ਸੋਧੀ ਆਈ, ਉਦੋਂ ਮੈਨੂੰ ਪਤਾ ਲੱਗਾ ਹੈ। ਅਬ ਸੁਚੇਤ ਕਾ ਮੋਰ ਸਰੀਰਾ, ਰਾਵਰ ਪੰਜਤ ਹੋ ਸਭ ਪੀਰਾ। ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਨਾਲ ਮੈਨੂੰ ਸੋਧੀ ਆਈ ਹੈ। ਸੱਚੇ ਪਾਤਸ਼ਾਹ ਤੁਸੀਂ ਸਾਰੇ ਦੁੱਖ ਦੂਰ ਕਰਨ ਵਾਲੇ। ਮੈਨੂੰ ਸਰਦੀ ਲੱਗ ਰਹੀ ਸੀ, ਮੇਰੇ ਇਹ ਸਰਦੀ ਨੂੰ ਆਪ ਜੀ ਨੇ ਚਰਨਾਂ ਦੇ ਨਾਲ ਉਤਾਰਿਆ ਹੈ। ਸੁਨ ਬੋਲੇ ਸ਼੍ਰੀ ਪ੍ਰਭੂ ਕਿਰਪਾਲਾ, ਹਉ ਕਾਲਤ ਜੋ ਕਾਲ ਵਿਸਾਲਾ। ਮਹਾਰਾਜ ਜੀ ਕਹਿਣ ਲੱਗੇ, ਉਹਨਾਂ ਦੀ ਗੱਲ ਸੁਣ ਕੇ ਕਹਿੰਦੇ, ਭਾਈ ਲਹਿਣਾ ਜੀ ਜਿਹੜੀ ਮੈਂ ਘਾਲਣਾ ਘਾਲ ਰਿਹਾ ਹਾਂ। ਅਨੇਕ ਪ੍ਰਕਾਰਨ ਜੋ ਤਪ ਕਰਨਾ, ਸਭ ਸੇਖਨ ਹਿਤ ਲਗੋ ਚਰਨਾ। ਮਹਾਰਾਜ ਜੀ ਕਹਿੰਦੇ
ਜਿੰਨੇ ਵੀ ਜਪ ਤਪ ਮੈਂ ਕਰਦਾ ਭਾਈ ਲਹਿਣਾ ਜੀ, ਇਹ ਮੇਰੇ ਵਾਸਤੇ ਨਹੀਂ, ਇਹ ਸਿੱਖਾਂ ਵਾਸਤੇ ਹੀ ਨੇ। ਇਹ ਜਿਹੜਾ ਮੈਂ ਕੁਝ ਕਰ ਰਿਹਾ ਇਹਦੀ ਕਮਾਈ ਸਿੱਖਾਂ ਨੇ ਹੀ ਲੈਣੀ ਹੈ। ਇਹ ਮੈਂ ਤਪ ਆਪਣੇ ਵਾਸਤੇ ਨਹੀਂ ਕਰ ਰਿਹਾ। ਜਿਹੜੇ ਸਿੱਖ ਨੇ, ਸਿੱਖਾਂ ਨੇ ਇਸ ਤਪ ਦਾ ਫਲ ਮਿਲੇਗਾ। ਜੋ ਮੇਰੀ ਮਹਿ ਸ਼ਰਧਾ ਧਰਹੀ, ਮਨ ਕਰ ਸ਼ਬਦ ਕਮਾਵਨ ਕਰਹੀ। ਮਹਾਰਾਜ ਜੀ ਕਹਿਣ ਲੱਗੇ ਭਾਈ ਲਹਿਣਾ ਜੀ, ਅੱਗੇ ਸਮੇਂ ਦੇ ਵਿੱਚ ਜਿਹੜੇ ਸਿੱਖ ਬੜੀ ਸ਼ਰਧਾ ਦੇ ਨਾਲ ਸ਼ਬਦਾਂ ਨੂੰ ਪੜ੍ਹਿਆ ਕਰਨਗੇ, ਗੁਰੂ ਨਾਨਕ ਦੀ ਬਾਣੀ ਪੜ੍ਹਿਆ ਕਰਨਗੇ, ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਫਿਰ ਪੂਰੀਆਂ ਹੋ ਜਾਣ ਕਰਨਗੀਆਂ। ਨਾਨਕ ਪੰਥੀ ਜਿਨ ਕੋ ਨਾਮ, ਵਾਹਿਗੁਰੂ ਜਪ ਰਹਿਤ ਅਕਾਮ। ਮਹਾਰਾਜ ਜੀ ਕਹਿੰਦੇ ਉਹਨਾਂ ਦਾ ਨਾਮ ਨਾਨਕ ਪੰਥੀ ਹੋ ਜਾਏਗਾ। ਨਾਨਕ ਪੰਥੀ ਹੋ ਜਾਂਦਾ ਹੈ ਤੇ ਕਹਿੰਦੇ ਵਾਹਿਗੁਰੂ ਦਾ ਜਾਪ, ਵਾਹਿਗੁਰੂ ਵਾਹਿਗੁਰੂ ਦਾ ਜਾਪ ਉਹ ਕਰਦੇ ਰਹਿੰਦੇ ਹਨ। ਸੋ ਜਮ ਕੋ ਨਹਿ ਦੇਖਨ ਪੈ, ਸੁਖ ਸੋਗਤ ਪ੍ਰਾਪਤ ਤਿਨ ਹੈ। ਉਹਨਾਂ ਨੂੰ ਫਿਰ ਜਮਾਂ ਦੀ ਮਾਰ ਨਹੀਂ ਸਹਿਣੀ ਪੈਂਦੀ। ਜ਼ਿੰਦਗੀ ਵਿੱਚ ਉਹਨਾਂ ਦੀ ਗਤੀ ਮੁਕਤੀ ਹੁੰਦੀ ਹੈ। ਨਹੀਂ, ਮਨੁੱਖ ਨੂੰ ਹਜੇ ਤੇ ਨਹੀਂ ਪਤਾ ਜਮਾਂ ਦਾ, ਪਰ ਜਿਸ ਦਿਨ ਮਨੁੱਖ ਇੱਥੋਂ ਜਾਂਦਾ ਹੈ, ਬਾਣੀ ਕਹਿੰਦੀ ਹੈ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਢ ਮੈਂ ਲੱਗੇ। ਇਹ ਮਨੁੱਖ ਜਾਗਦਾ ਹੀ ਉਦੋਂ ਜਦੋਂ ਦਾ ਜਮਾਂ ਦਾ ਡੰਡਾ ਲੱਗਦਾ ਹੈ, ਉਸ ਤੋਂ ਪਹਿਲਾਂ ਨਹੀਂ ਨਾ ਜਾਗਦਾ। ਹਜੇ ਤੇ ਨਹੀਂ ਪਤਾ ਲੱਗ ਰਿਹਾ। ਜਿੱਦਣ ਸਰੀਰ ਨੂੰ ਛੱਡਣਾ ਹੈ, ਇਹ ਸਰੀਰ ਨੇ ਇੱਕ ਦਿਨ ਜੀਵ ਆਤਮਾ ਨਿਕਲਣੀ ਹੈ, ਚੋਂ ਜਾਣਾ ਉਹਨੇ, ਉਸ ਦਿਨ ਜਿੱਦਣ ਨਿਕਲੇਗੀ ਉਸ ਦਿਨ ਪਤਾ ਲੱਗਣਾ। ਇਹਨੂੰ ਐਵੇਂ ਸਮਝ ਸਕਦੇ ਹਾਂ, ਜਿਵੇਂ ਰਾਤ ਨੂੰ ਮਨੁੱਖ ਸੁਪਨਾ ਲੈਂਦਾ ਹੈ ਤੇ ਸੁਪਨੇ ਦੇ ਵਿੱਚ ਸਰੀਰ ਇੱਕ ਥਾਂ ਪਿਆ ਹੁੰਦਾ, ਆਪ ਕਿਤੇ ਗਿਆ ਹੁੰਦਾ, ਤੇ ਐਵੇਂ ਸਮਝ ਲਓ ਵੀ ਸਰੀਰ ਤੋਂ ਅਸੀਂ ਐਵੇਂ ਅੱਡ ਹੋ ਜਾਣਾ, ਜਿਵੇਂ ਸੁਪਨੇ 'ਚ ਹੋ ਜਾਂਦੇ ਆ। ਸਰੀਰ ਦੀ ਕੋਈ ਸੋਧੀ ਨਹੀਂ ਹੁੰਦੀ, ਕਿੱਥੇ ਪਿਆ ਕੋਈ ਸੋਧੀ ਨਹੀਂ। ਇੱਕ ਦਿਨ ਐਵੇਂ ਹੀ ਹੋਣਾ ਹੈ। ਸੁਪਨੇ ਜਿੱਥੇ ਸੋਧੀ ਲੱਗੀ ਹੋਏਗੀ, ਹੁਣ ਸੁਪਨੇ ਵਿੱਚ ਜੇ ਸੁਪਨੇ ਦੇ ਵਿੱਚ ਖਾਣ ਪੀਣ ਦੀ ਚਿੱਤ ਲੱਗੀ ਹੈ, ਚਿੱਤ ਦੇ ਵਿੱਚ ਜਿਸ ਦਿਨ ਸਰੀਰ ਛੱਡਾਂਗੇ, ਜੋ ਦਿਨ ਖਾਣ ਪੀਣ ਦੀ ਲੱਗੀ ਹੋਈ, ਉਹ ਜਿਹੜੀ ਲਿਵ ਹੈ ਜਾ ਕੇ ਕਿਸੇ ਪਸ਼ੂ ਦੀ ਜੋਨ 'ਚ ਪੈ ਜਾਏਗੀ, ਐਸੀ ਜਿਹੜੀ ਦੇ ਵਿੱਚ ਖਾਣ ਪੀਣ ਦੀ। ਉਹ ਦਿਨ ਜਿਸ ਦਿਨ ਅੰਤਮ ਸਮਾਂ ਆਏਗਾ, ਫਿਰ ਉਹ ਕਿਸੇ ਜਾਨਵਰ ਦੀ ਉਹ 'ਚ ਪੈ ਜਾਏਗੀ, ਫਿਰ ਉਹ ਜਾਨਵਰ ਦੇ ਵਿੱਚੋਂ ਕੰਮ ਕਰੀ ਜਾਏਗੀ। ਇਸ ਕਰਕੇ ਕਹਿੰਦੇ ਨੇ ਵੀ ਹੁਣ ਜਿਹੜਾ ਸਮਾਂ ਸਾਨੂੰ ਮਿਲਿਆ, ਮਨੁੱਖਾ ਜਨਮ ਹੈ, ਇਹਦੇ ਵਿੱਚ ਸਿਰਫ ਖਾਣ ਪੀਣ ਦਾ ਕਰਮ ਨਹੀਂ ਕਰਨਾ, ਨਾ ਪਾਉਣ ਦਾ ਕਰਨਾ ਹੈ। ਇਹ ਮਨੁੱਖਾ ਜਨਮ ਸਮਝਣ ਦਾ ਹੈ। ਸੁਪਨੇ ਦੇ ਵਿੱਚ ਜਿਵੇਂ ਸਾਡੀ ਆਤਮਾ ਕਈ ਥਾਵਾਂ, ਜੀਵ ਆਤਮਾ ਸਾਡੀ ਜਿਹੜੀ ਬਿਰਤੀ ਕਈ ਥਾਵਾਂ ਤੇ ਘੁੰਮਦੀ ਹੈ, ਐਵੇਂ ਜਿਹੜੀ ਜੀਵ ਆਤਮਾ ਕਈ ਸਰੀਰਾਂ 'ਚੋਂ ਨਿਕਲ ਕੇ ਆਈ ਹੈ ਇੱਥੇ। ਆਹ ਸਫ਼ਰ ਅਸੀਂ ਤਾਂ ਤੈਅ ਕੀਤਾ ਹੈ। ਇਹ ਜਿਹੜਾ ਸਫ਼ਰ, ਇੰਨੀ ਮਿਹਨਤ ਸਾਨੂੰ ਦੁਨੀਆ 'ਚ ਰੋਟੀ ਕਮਾਉਣ ਲਈ ਨਹੀਂ ਲੱਗੀ, ਜਿੰਨੀ ਸਾਡੀ ਮਿਹਨਤ ਆ ਸਰੀਰ ਨੂੰ ਲੈਣ ਲਈ ਲੱਗੀ। ਆ ਜਿਹੜਾ ਮਨੁੱਖਾ ਸਰੀਰ ਜਿੰਨਾ ਕੋਲ ਵੀ ਹੈ, ਅਸੀਂ ਭੁੱਲ ਗਏ ਆ ਭਾਵੇਂ, ਇਹ ਬੜੀ ਮਿਹਨਤ ਨਾਲ ਮਿਲਿਆ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਕਈ ਜਨਮਾਂ ਤਾਈਂ ਤਪ ਕੀਤਾ ਅਸੀਂ। ਕਈ ਦੁਨੀਆਂ ਐਸੀਆਂ ਨੇ ਜਿਨ੍ਹਾਂ ਵਿੱਚ ਤਪ ਵੀ ਹੁੰਦਾ ਹੈ, ਉਹ ਰੱਬ ਜਾਣਦਾ ਕਿਹੜੀਆਂ ਨੇ। ਇਹ ਦੁਨੀਆ ਤੋਂ ਅੱਡ ਵੀ ਦੁਨੀਆ ਹੈ। ਉਸ ਤੋਂ ਬਾਅਦ ਸਾਨੂੰ ਇਹ ਜਨਮ ਮਿਲਿਆ ਮਨੁੱਖਾ। ਹੁਣ ਇਸ ਮਨੁੱਖਾ ਜਨਮ ਦਾ ਇੱਕ ਹੀ ਪ੍ਰਯੋਜਨ ਹੈ, ਨਾਮ ਜਪਣਾ। ਨਾਮ ਜਪ ਕੇ ਮੁਕਤੀ ਪ੍ਰਾਪਤ ਕਰਨੀ, ਹੋਰ ਇਹਦਾ ਕਰਮ ਨਹੀਂ ਹੈ। ਬਾਕੀ ਜੋ ਕੁਝ ਅਸੀਂ ਕਮਾਉਣਾ ਹੈ, ਖਾਣਾ ਹੈ, ਇਹ ਸਰੀਰ ਵਾਸਤੇ ਹੈ। ਬਾਕੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਇਹ ਸਰੀਰ ਨੂੰ ਪਾਲਣ ਵਾਸਤੇ ਹੈ, ਹੋਰ ਕੁਝ ਨਹੀਂ ਹੈ। ਮਤਲਬ ਇਹ ਸਮਝ ਲਓ ਸਿੱਧੀ ਭਾਸ਼ਾ 'ਚ ਰੋਟੀਆਂ ਇਕੱਠੀਆਂ ਕਰਦਾ ਮਨੁੱਖ ਸਾਰਾ ਦਿਨ, ਹੋਰ ਕੁਝ ਨਹੀਂ ਕਰਦਾ। ਇਹ ਰੋਟੀਆਂ ਕਾਹਦੇ ਵਾਸਤੇ ਇਕੱਠੀ ਕਰ ਰਹੇ ਹਾਂ? ਸਰੀਰ ਵਾਸਤੇ। ਪਰ ਮਨੁੱਖ ਗੱਲ ਅਗਲੀ ਫੜ ਲੈਂਦਾ, ਮੈਂ ਤੇ ਰੋਟੀ ਖਾ ਲਾਂ, ਅੱਗੇ ਮੇਰੇ ਬੱਚੇ ਵੀ ਖਾ ਲੈਣ। ਇਹ 5-4 ਪੀੜ੍ਹੀਆਂ ਦੀ ਇਕੱਠੀ ਕਰਨੀ ਚਾਹੁੰਦਾ ਰੋਟੀ। ਕਹਿੰਦੇ ਇੱਕ ਵਾਰੀ ਭਗਵਾਨ ਜੀ ਪ੍ਰਗਟ ਹੋਏ, ਭਗਤੀ ਕਰ ਰਿਹਾ ਸੀ ਕੋਈ, ਉਹਨੂੰ ਕਹਿੰਦੇ ਮੰਗ ਭਾਈ ਕੀ ਮੰਗਦਾ ਹੈ? ਕਹਿੰਦੇ 10 ਪੀੜ੍ਹੀਆਂ ਤੇ ਰਾਸ਼ਨ ਪਾਣੀ ਮੁੱਕੇ ਨਾ। 10 ਦਾ ਮੰਗ ਲਿਆ। ਮੰਗ ਕੇ ਭਗਵਾਨ ਜੀ ਜਦੋਂ ਮਾੜਾ ਜਿਹਾ ਗਏ ਨੇ, ਉਹ ਕਹਿੰਦੇ ਮਨਾ ਬੜੀ ਵੱਡੀ ਗਲਤੀ ਹੋ ਗਈ। ਦੂਜਾ ਪੁੱਛਦਾ ਕੀ? ਉਹ 10 ਦਾ ਮੰਗ ਲਿਆ, 11ਵੀਂ ਦਾ ਕੀ ਬਣੇਗਾ? ਤੂੰ ਕਿਹੜਾ 10 ਦੇਖਣੀਆਂ ਨੇ? ਆਪਣੀਆਂ ਨਿਗਾਹ ਨਾਲ ਤੇ 2 ਹੀ ਵੇਖਣੀਆਂ ਨੇ, ਨਾ ਜਾਂ 3। ਤੀਜੀ ਨੇ ਤੇ ਵੈਸਾ ਗਾਲਾਂ ਨਾਲ ਖਾ ਲੈਣਾ ਹੈ। ਅੱਜ ਦੀ ਤੀਜੀ ਪੀੜ੍ਹੀ, ਦਾਦੇ ਨੂੰ ਕੌਣ ਅੱਗੇ
ਪਿਓ ਤੇ ਪੁੱਤਰ ਤੇ ਇਹਦਾ ਰਿਸ਼ਤਾ ਹੁੰਦਾ ਜ਼ਿਆਦਾ। ਅੱਗੇ ਅੱਜ ਦਾ ਸਮਾਂ ਐਸਾ ਆ ਗਿਆ ਹੈ, ਮਾਂ-ਬਾਪ ਨੂੰ ਵੀ ਬੱਚੇ ਵੇਖ ਕੇ ਰਾਜੀ ਨਹੀਂ। ਗਾਂ ਦੀ ਤੇ ਗੱਲ ਬਿਰਧ ਆਸ਼ਰਮ ਖੁੱਲ੍ਹ ਗਏ ਨੇ। ਆ ਕਈ ਵਾਰੀ ਦੇਖੀਦਾ ਮਾਂ-ਬਾਪ ਬਿਲਖਦੇ ਨੇ ਘਰਾਂ ਦੇ ਬਾਹਰ। ਸਾਰਾ ਪਿੱਛੇ ਦੱਸ ਰਹੇ ਸੀ, ਮਾਂ-ਬਾਪ ਬਾਹਰ ਬੈਠੇ ਨੇ, ਬੱਚੇ ਅੰਦਰ ਨੇ, ਕਹਿੰਦੇ ਇੱਥੇ ਨਹੀਂ ਰਹਿਣਾ। ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਨੇ, ਮਾਂ-ਬਾਪ ਪਰਖਰ ਦਾਨ ਕਰੈ ਬੇਈਮਾਨ। ਮਾਂ-ਬਾਪ ਪਰਖਰ ਕਰੈ ਦਾਨ ਬੇਈਮਾਨ। ਮਾਂ-ਬਾਪ ਨੂੰ ਛੱਡ ਕੇ ਕੋਈ ਜੇ ਦਾਨ ਕਰਦਾ ਉਹਦਾ ਦਾਨ ਕਿਤੇ ਨਹੀਂ ਲਿਖੇ। ਇਹਦੇ ਜਿੰਨਾ ਤੈਨੂੰ ਪਾਲਿਆ, ਪਹਿਲੀ ਗੱਲ ਤੇ ਰੱਬ ਜਿਹਨੇ ਅੰਨ ਦਿੱਤਾ ਉਹਨੂੰ ਭੁੱਲ ਗਿਆ, ਚਲੋ ਕੋਈ ਗੱਲ ਨਹੀਂ। ਚਲੋ ਜਿਹੜੇ ਵਿੱਚ ਸਾਧਨ ਬਣੇ, ਮਾਂ-ਬਾਪ ਜਿੰਨਾ ਪਾਲਿਆ ਪੜ੍ਹਾਇਆ, ਘੱਟੋ ਘੱਟ ਉਹਨੂੰ ਤੇ ਯਾਦ ਰੱਖ। ਜੇ ਅੱਜ ਮਾਂ-ਬਾਪ ਨੂੰ ਭੁੱਲ ਗਿਓ, ਇਕੱਲਾ ਘਰਦਿਆਂ ਦਾ ਕਿਹੜਾ ਸੱਕਾ ਬਣੇਗਾ ਜਿਹੜਾ ਪਹਿਲਾਂ ਤੇ ਰੱਬ ਨੂੰ ਭੁੱਲਿਆ, ਫਿਰ ਮਾਂ-ਬਾਪ ਨੂੰ ਭੁੱਲਿਆ, ਤੇ ਜੇ ਅੱਜ ਆ ਕੇ ਫਿਰ ਘਰ ਵਾਲੀ ਨੂੰ ਕਿਹੜਾ ਨਹੀਂ ਭੁੱਲੇਗਾ। ਜਿਹਦੀ ਫਿਤਰਤ ਹੀ ਬਣ ਗਈ ਹੈ ਭੁੱਲਣਾ, ਜਿਹਦੀ ਫਿਤਰਤ ਬਣ ਗਈ ਹੈ ਅਕਿਰਤ ਘਣਤਾ, ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਭੁੱਲੇਗਾ, ਕਦੋਂ ਭੁੱਲ ਜਾਂਦੇ ਨੇ ਲੋਕ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ, ਜਮਾਂ ਦੀ ਮਾਰ ਉਹਨਾਂ ਨੂੰ ਨਹੀਂ ਸਹਿਣੀ ਪੈਂਦੀ। ਕਮਲ ਬਦਨ ਤੇ ਕਹਿ ਅਸਬਾਨੀ, ਗੁਣ ਪੁਰ ਮਹਿ ਆਏ ਗੁਣ ਖਾਨੀ। ਭਾਈ ਲਹਿਣਾ ਜੀ ਨੂੰ ਜਦੋਂ ਇਹ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਬੜੀ ਮਿੱਠੀ ਬਾਣੀ ਦੱਸੀ, ਲਹਿਣਿਆ ਵਾਹਿਗੁਰੂ ਦਾ ਨਾਮ ਜਪਿਆ ਕਰ ਸਿੱਖਾ, ਪਾਰ ਉਤਾਰਾ ਹੋ ਜਾਏਗਾ, ਜ਼ਿੰਦਗੀ ਸੌਖੀ ਲੰਘੇਗੀ। ਨਾਮ ਐਸਾ ਹੈ, ਇਹ ਲੋਕ ਸੁਖੀਏ ਪਰ ਲੋਕ ਸੁਖਦੇ। ਪਹਿਲਾਂ ਤੇ ਇੱਥੇ ਸੁੱਖ ਮਿਲਦਾ, ਅਗਲੀ ਦੇ ਬਾਅਦ 'ਚ। ਬਾਣੀ ਇਹ ਕਹਿ ਰਹੀ ਹੈ, ਨਾਮ ਜਪਣ ਦੇ ਨਾਲ ਪਹਿਲਾਂ ਇੱਥੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਪਰਲੋਕ ਤੇ ਬਾਅਦ 'ਚ। ਇਸ ਕਰਕੇ ਮਹਾਰਾਜ ਜੀ ਨੇ ਜਦੋਂ ਇਹ ਬਾਣੀ ਕਹੀ, ਕਹਿ ਕੇ ਮਹਾਰਾਜ ਜੀ ਕਰਤਾਰਪੁਰ ਵਿੱਚ ਆ ਗਏ ਨੇ ਤੇ ਆ ਕੇ ਧਰਮਸ਼ਾਲਾ ਵਿੱਚ ਬੈਠ ਗਏ ਨੇ। ਸਮਾਂ ਹੋ ਗਿਆ, ਕੱਲ੍ਹ ਨੂੰ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਲੀ ਜਿਹੜੀ ਕਥਾ ਚੱਲਣੀ ਹੈ, ਧਰਮਸ਼ਾਲਾ ਵਿੱਚ ਬੈਠ ਕੇ ਕਿਵੇਂ ਮਹਾਰਾਜ ਜੀ ਜਪ ਤਪ ਕਰਦੇ ਨੇ, ਕਿਵੇਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਤੇ ਕਿਵੇਂ ਮਹਾਰਾਜ ਸਿੱਖਾਂ ਦੀ ਪਰਖ ਕਰਦੇ ਨੇ। ਕਿਉਂਕਿ ਹਜੇ ਤੇ ਲੰਗਰ ਚੱਲਦੇ ਆ, ਕੱਲ੍ਹ ਨੂੰ ਮਹਾਰਾਜ ਨੇ ਲੰਗਰ ਵੀ ਬੰਦ ਕਰਨਾ ਇੱਕ ਵਾਰੀ। ਫਿਰ ਮਹਾਰਾਜ ਜੀ ਵੇਖੋ ਕਿਹੜੇ ਕਿਹੜੇ ਸਿੱਖ ਉੱਥੇ ਰਹਿੰਦੇ ਨੇ ਤੇ ਕਿਹੜੇ ਕਿਹੜੇ ਚਲੇ ਜਾਂਦੇ ਨੇ। ਇਹ ਕੱਲ੍ਹ ਦੀ ਕਥਾ ਦੇ ਵਿੱਚ ਅਸੀਂ ਸ਼ਰਵਣ ਕਰਾਂਗੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ, ਆਪ ਜੀ ਦਾ ਸਤ ਸੰਗਤ ਦੇ ਵਿੱਚ ਆਇਆ ਸਫਲ ਕਰ। ਦਰੋ ਕਰੋ ਨਾਮ ਦੀ ਦਾਤ।